ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਮੁਤਾਬਕ ਜਿੱਥੇ ਜਾਹੇ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖਲਾਵਾ। ਇਹਦੇ ਅਰਥ ਨੇ ਜਿੱਥੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮੁਬਾਰਕ ਚਰਨ ਪਏ ਉਹ ਸੋਭਾ ਦੇ ਯੋਗ ਹੋ ਗਿਆ, ਔਰ ਗੁਰੂ ਕੇ ਸਿੱਖ ਉਸ ਥਾਂ ਦੀ ਪਾਕ ਮਿੱਟੀ ਆਪਣੇ ਮੱਥੇ ਤੇ ਲਾ ਕੇ ਤੇ ਆਪਣੇ ਕਰਮਾਂ ਨੂੰ ਬਦਲ ਲੈਂਦੇ ਹਨ। ਯਾਦ ਰੱਖਣਾ, ਸਾਡੇ ਧਰਮ ਗ੍ਰੰਥਾਂ ਦੇ ਮੁਤਾਬਕ ਜਿਹੜੀ ਰੱਬੀ ਕਲਾਮ ਹੈ ਇਹ ਮਿੱਟੀ ਤੇ ਪਾਣੀ ਦੇ ਆਪਣਾ ਅਸਰ ਪਾਉਂਦੀ ਹੈ। ਤੁਸੀਂ ਵੱਖ-ਵੱਖ ਧਰਮਾਂ ਦਾ ਮੁਤਾਲਿਆ ਕਰੋ। ਇਸਲਾਮ ਦੇ ਵਿੱਚ ਆਬੇ ਜਮਜਮ ਦਾ ਜ਼ਿਕਰ ਆਉਂਦਾ, ਆਬੇ ਜਮਜਮ ਦਾ। ਇਸਲਾਮ ਧਰਮ, ਯਹੂਦੀ ਧਰਮ ਤੇ ਈਸਾਈ ਧਰਮ, ਇਹਨਾਂ ਦੇ ਵਡੇਰੇ ਹੋਏ ਨੇ ਇਬਰਾਹੀਮ ਪੈਗੰਬਰ, ਔਰ ਉਸ ਇਬਰਾਹੀਮ ਪੈਗੰਬਰ ਦੇ ਘਰ ਦੋ ਬੇਟਿਆਂ ਦਾ ਜਨਮ ਹੋਇਆ, ਜਿਨ੍ਹਾਂ ਦੇ ਵਿੱਚੋਂ ਇੱਕ ਬੇਟੇ ਦਾ ਜਨਮ ਹੈ ਇਸਮਾਈਲ। ਸਾਊਦੀ ਅਰਬ ਦੇ ਇਲਾਕੇ 'ਚ ਪਾਣੀ ਨਹੀਂ, ਬੱਚੇ ਦਾ ਜਨਮ ਹੋਇਆ। ਜਿਵੇਂ ਮਾਸੂਮ ਬੱਚਾ ਛੜੀਆਂ ਮਾਰਦਾ ਖੇਡਦਾ ਹੈ, ਉਹਨਾਂ ਵੀਰਾਂ ਦੇ ਕਹਿਣ ਮੁਤਾਬਕ, ਉਹਨਾਂ ਦੇ ਧਰਮ ਗ੍ਰੰਥਾਂ ਦੇ ਮੁਤਾਬਕ, ਇਸਮਾਈਲ ਨੇ ਜਦੋਂ ਛੋਟੀ ਉਮਰ ਵਿੱਚ ਆਪਣੇ ਚਰਨ ਹਿਲਾਏ ਔਰ ਉਸ ਧਰਤੀ ਦੇ ਵਿੱਚੋਂ ਪਾਣੀ ਸਿਮਿਆ, ਜਿਹਨੂੰ ਆਬੇ ਜਮਜਮ ਕਹਿੰਦੇ ਹਨ। ਔਰ ਅੱਜ ਤੱਕ ਸਾਡੇ ਮੁਸਲਮਾਨ ਭਰਾ ਉਸ ਥਾਂ ਦੇ ਪਾਕ ਜਲ ਨੂੰ ਲਿਆ ਕੇ ਛਕ ਕੇ ਤੇ ਆਪਣੀ ਆਤਮ ਤ੍ਰਿਪਤੀ ਕਰਦੇ ਹਨ। ਆਪਾਂ ਸਿੱਖਾਂ ਦਰਿਆ ਦਾ ਪਾਣੀ, ਖੂਹ ਦਾ ਪਾਣੀ, ਜਦੋਂ ਉਹਦੇ ਤੇ ਬਾਣੀ ਪੜੀ ਜਾਏ ਤੇ ਉਹ ਅੰਮ੍ਰਿਤ ਬਣ ਜਾਂਦਾ ਹੈ ਤਾਂ ਪਾਣੀ ਪਾਣੀ ਨਾ, ਲੇਕਿਨ ਪਾਣੀ ਤੇ ਬਾਣੀ ਪੜੀ ਕਿ ਅੰਮ੍ਰਿਤ ਹੋ ਗਿਆ। ਇਸ ਪ੍ਰਕਾਰ ਜਿੱਥੇ ਮੁਬਾਰਕ ਚਰਨ ਪੈਣ, ਜਿੱਥੇ ਗੁਰੂ ਕੀ ਬਾਣੀ ਪੜੀ ਜਾਏ, ਉਸ ਥਾਂ ਦੀ ਮਿੱਟੀ ਨੂੰ ਆਪਣੇ ਮੱਥੇ ਤੇ ਲਾਉਣ ਨਾਲ ਬੰਦੇ ਦੇ ਕਰਮ ਬਦਲ ਜਾਂਦੇ ਹਨ। ਇਸ ਕਾਰਨ ਕਰਕੇ ਆਪਾਂ ਪੜ੍ਹਦੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖਲਾਵਾ। ਗੁਰਮੁਖੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਆਪਣੇ ਲਾਗੇ ਨਗਰ ਗੋਇੰਦਵਾਲ ਸਾਹਿਬ ਵਿੱਚ ਮਾਂ ਭਾਨੀ ਦੀ ਪਾਵਨ ਕੁੱਖ ਤੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਹੋਇਆ। ਯਾਦ ਰੱਖਿਆ ਜੇ, ਉਮਰ ਕਰਕੇ ਕੋਈ ਮਹਾਨ ਨਹੀਂ। ਇੱਕ ਨੁਕਤਾ ਮੈਂ ਤਕਰੀਬਨ ਹਰ ਰੋਜ਼ ਵੱਖ-ਵੱਖ ਥਾਵਾਂ ਤੇ ਜਾਣਾ, ਇਹ ਸਾਂਝਾ ਕਰਦਾ, ਉਹ ਇਹ ਹੈ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰ ਨਾਖ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਇਹ ਪੌੜੀ ਅਸੀਂ ਗੁਰਦੁਆਰੇ ਸਾਹਿਬਾਂ ਦੇ ਵਿੱਚ 2 ਟਾਈਮ ਤੇ ਪੜ੍ਹਦੇ ਹਾਂ। ਰਹਿ ਰਾਜ ਸਾਹਿਬ ਦਾ ਪਾਠ ਆਪਾਂ ਸ਼ਾਮ ਨੂੰ ਕਰਦੇ ਹਾਂ, ਆਸਾ ਦੀ ਵਾਰ ਦਾ ਕੀਰਤਨ ਸਵੇਰੇ ਹੁੰਦਾ ਹੈ, ਲੇਕਿਨ ਇਹ ਪੌੜੀ 2 ਟਾਈਮ ਤੇ ਪੜ੍ਹੀ ਜਾਂਦੀ, 2 ਟਾਈਮ ਤੇ। ਕਾਰਨ ਕੀ ਹੈ? ਇਸ ਪੌੜੀ ਵਿੱਚ ਇੱਕ ਪਰਿਵਾਰ ਦੇ 2 ਮੈਂਬਰਾਂ ਦਾ ਜ਼ਿਕਰ ਹੈ। ਵੱਖ-ਵੱਖ ਖਾਨਦਾਨ ਨਹੀਂ, ਵੱਖ-ਵੱਖ ਧਰਮ ਨਹੀਂ। ਇੱਕ ਪਰਿਵਾਰ ਦੇ 2 ਮੈਂਬਰ ਨੇ ਤੇ ਪਿਓ ਨੂੰ ਦੁਸ਼ਟ ਆਖਿਆ ਤੇ ਪੁੱਤ ਨੂੰ ਭਗਤ ਆਖਿਆ। ਪਿਓ ਨੂੰ ਦੁਸ਼ਟ ਤੇ ਪੁੱਤ ਨੂੰ ਸੰਤ ਵੀ ਕਿਹਾ ਗਿਆ, ਭਗਤ ਵੀ ਕਿਹਾ ਗਿਆ। ਕਾਰਨ ਮਨੁੱਖ ਨੂੰ ਇੱਕ ਬਹੁਤ ਵੱਡਾ ਭੁਲੇਖਾ ਹੈ। ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ
84 ਲੱਖ ਜੂਨ ਦਾ ਵੇਰਵਾ ਪੜ੍ਹਦੇ ਹਾਂ ਔਰ ਉਹ 84 ਲੱਖ ਜੂਨ ਦੇ ਵਿੱਚ ਸਭ ਤੋਂ ਵਿਕਾਰੀ ਹਾਥੀ ਨੂੰ ਮੰਨਿਆ ਤੇ ਸਭ ਤੋਂ ਹੰਕਾਰੀ ਬੰਦੇ ਨੂੰ ਮੰਨਿਆ। ਕਿੰਨੀ ਗਿਣਤੀ ਹੈ 84 ਲੱਖ ਦੀ, ਲੇਕਿਨ 84 ਲੱਖ ਜੂਨ ਵਿੱਚੋਂ ਸਭ ਤੋਂ ਵਿਕਾਰੀ ਸੈਕਸੀ ਗੰਦਾ ਹਾਥੀ ਤੇ ਸਭ ਤੋਂ ਹੰਕਾਰੀ ਬੰਦਾ। ਇਹ ਮੈਂ ਆਪਣੇ ਕੋਲੋਂ ਨਹੀਂ ਬਣਾ ਰਿਹਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲ ਨੇ, ਕਾਮ ਰੋਗ ਮੈਗਲ ਬਸ ਕੀਨਾ, ਹਉਮੈ ਰੋਗ ਮਨੁੱਖ ਦੀਨਾ। ਜਿਹੜਾ ਕਾਮ ਹੈ ਇਹਨੇ ਹਾਥੀ ਵਰਗੇ ਬਲੀ ਜਾਨਵਰ ਨੂੰ ਕਾਬੂ ਕਰ ਲਿਆ ਔਰ ਦੂਜੇ ਪਾਸੇ 84 ਲੱਖ ਜੂਨ ਦਾ ਸਰਦਾਰ ਬੰਦਾ ਇਹਨੂੰ ਹੰਕਾਰ ਨੇ ਢਾ ਲਿਆ। ਭਗਤ ਰਵਿਦਾਸ ਜੀ ਦੀ ਇੱਕ ਪੰਕਤੀ ਬੜੀ ਮਨ ਨੂੰ ਟੁੰਬਣ ਵਾਲੀ ਹੈ। ਉਹ ਕਹਿੰਦਾ, ਗੁਰਮੁਖਾ ਸਾਵਧਾਨ ਹੋ ਕੇ ਚੱਲ। ਪੁੱਛਿਆ ਬਾਬਾ ਜੀ ਕਿਉਂ? ਬਾਬਾ ਰਵਿਦਾਸ ਕਹਿੰਦੇ ਵੀ ਮੈਂ 84 ਲੱਖ ਜੂਨ ਦਾ ਮੁਤਾਲਿਆ ਕੀਤਾ ਹੈ ਔਰ 84 ਲੱਖ ਜੂਨ ਵਿੱਚ ਮੈਂ ਪੰਜਾਂ ਦੀ ਚੋਣ ਕੀਤੀ ਤੇ ਪੰਜਾਂ ਵਿੱਚ ਇੱਕ ਇੱਕ ਔਗਣ ਤੇਰੇ ਇਕੱਲੇ ਚ ਬੰਦਿਆ ਪੰਜ ਨੇ, ਤੂੰ ਤਾਂ ਮਾਰਿਆ ਜਾਏਗਾ। ਉਹ ਪੰਕਤੀਆਂ ਨੇ, ਮ੍ਰਿਗ ਮੀਨ ਪਤੰਗ ਪਤੰਗ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਨਾਸ, ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤ ਕਾਸ। ਇਹਦਾ ਅਰਥ ਕੀ ਹੈ? ਮੇਰੇ ਕਹਿੰਦੇ ਨੇ ਹਿਰਨ ਨੂੰ 84 ਲੱਖ ਜੂਨ ਵਿੱਚ ਇਹ ਸਭ ਤੋਂ ਇਹਨੂੰ ਕੰਨ ਰਸ ਹਿਰਨ ਨੂੰ ਜ਼ਿਆਦਾ ਹੈ। ਕੰਨ ਰਸ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਮੁਤਾਲਿਆ ਕਿਤੋਂ ਕਰੋ ਤੇ ਉਹਨੇ ਆਪਣੀ ਵਾਰਾਂ ਵਿੱਚ ਇੱਕ ਲਫ਼ਜ਼ ਦਾ ਜ਼ਿਕਰ ਕੀਤਾ, ਕੰਡਾ ਹੇੜਾ। ਇਹ ਕੰਡਾ ਹੇੜਾ ਤੁਹਾਨੂੰ ਗੁਰਬਾਣੀ 'ਚ ਨਹੀਂ ਮਿਲਦਾ ਕਿਤੇ, ਨਾਮ ਪੋਥੀਆਂ 'ਚ ਮਿਲਦਾ ਹੈ, ਲੇਕਿਨ ਭਾਈ ਗੁਰਦਾਸ ਨੇ ਕੰਡਾ ਹੇੜਾ ਸ਼ਬਦ ਆਪਣੀ ਵਾਰਾਂ ਵਿੱਚ ਕਈ ਥਾਵਾਂ ਤੇ ਵਰਤਿਆ। ਉਹ ਕਿਉਂ? ਜਿਹੜੇ ਹਿਰਨ ਫੜਨ ਵਾਲੇ ਲੋਕ ਨੇ ਨਾ, ਉਹ ਘੜੇ ਦੇ ਮੂੰਹ ਤੇ ਜਿਵੇਂ ਰਾਗੀ ਸਿੰਘਾਂ ਦੀ ਜੋੜੀ ਹੈ, ਇਸ ਪ੍ਰਕਾਰ ਘੜੇ ਦਾ ਸਿਰ ਮੜ ਕੇ ਉਹਦੇ 'ਚ ਮੋਰ ਦਾ ਖੰਭ ਟੰਗ ਦਿੰਦੇ ਨੇ, ਉਹਦੇ 'ਚੋਂ ਆਵਾਜ਼ ਨਿਕਲਦੀ ਤੇ ਹਿਰਨ ਮਸਤ ਹੋ ਕਰਕੇ ਆਪਣੀ ਬੂਥੀ ਉੱਥੇ ਰੱਖ ਦਿੰਦਾ ਹੈ। ਸੁਣਨ ਵਾਸਤੇ ਆਇਆ ਔਰ ਸ਼ਿਕਾਰੀ ਨੇ ਉਹਨੂੰ ਕਾਬੂ ਕਰ ਲਿਆ। ਬਿਮਾਰੀ ਇਕੱਲਾ ਇੱਕ ਕੰਨ ਰਸ। 84 ਲੱਖ ਜੂਨ ਵਿੱਚ ਸਭ ਤੋਂ ਜ਼ਬਾਨ ਦਾ ਚਸਕਾ ਮੱਛੀ ਨੂੰ। ਬਾਣੀ ਦੀਆਂ ਪੰਕਤੀਆਂ ਨੇ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਹੋ, ਕੀਤੇ ਕਾਰਨ ਪਾਕੜੀ ਕਿਉਂ ਕੀਤੋ ਵਿਸਾਹੋ। ਜਿਹੜੀ ਮੱਛੀ ਹੈ, ਮੱਛੀ ਨੂੰ ਪਕੜਨ ਵਾਲੇ ਲੋਕ ਆਪਣੀ ਕੁੰਡੀ ਦੇ ਨਾਲ ਕਿਤੇ ਪੂੰਗ ਕਿਤੇ ਆਟੇ ਦੀ ਗੋਲੀ ਜੋੜ ਦਿੰਦੇ ਨੇ। ਮੱਛੀ ਦਾ ਦਰਿਆ ਵਿੱਚ ਪੇਟ ਨਹੀਂ ਭਰਿਆ, ਉਹਦਾ ਸਮੁੰਦਰ ਵਿੱਚ ਪੇਟ ਨਹੀਂ ਭਰਿਆ। ਇੱਕ ਜ਼ਬਾਨ ਦਾ ਚਸਕਾ ਹੈ। ਜਦੋਂ ਆਟੇ ਦੀ ਗੋਲੀ ਖਾਣ ਲੱਗੀ ਤੇ ਸ਼ਿਕਾਰੀ ਨੇ ਕੁੰਡੀ ਖਿੱਚੀ, ਮੱਛੀ ਬਾਹਰ। ਇੱਕ ਔਗਣ, ਜ਼ਬਾਨ ਦਾ ਚਸਕਾ। ਭ੍ਰਿੰਗ ਦਾ ਅਰਥ ਹੁੰਦਾ ਭੌਰਾ। ਜਿਹੜਾ ਭੌਰਾ ਨਾ, ਉਹ ਫੁੱਲਾਂ ਤੇ ਆ ਕੇ ਬੈਠਦਾ ਹੈ। ਫੁੱਲ ਮੀਚਿਆ ਗਿਆ, ਭੌਰਾ ਮਾਰਿਆ ਗਿਆ। ਚੌਥੇ ਨੰਬਰ ਤੇ ਆਉਂਦਾ ਪਤੰਗਾ। ਇਹ ਦੀਵੇ ਦੀ ਲਾੜ ਤੇ ਆਉਂਦਾ ਹੈ। ਜਦੋਂ ਮੈਂ ਇਹ ਕਥਾ ਪੜ੍ਹਦਾ ਤੇ ਵਿਚਾਰਦਾ ਨਾ, ਮੈਨੂੰ ਸ਼ਰਮ ਆਉਂਦੀ। ਸਾਡੇ ਮਨੁੱਖਾ ਜਾਮੇ ਤੇ ਤੁਸੀਂ ਦੀਵੇ ਦੀ ਫੋਟੋ ਬਣਾ ਦਿਓ ਤੇ ਕਦੇ ਪਤੰਗਾ ਦੀਵੇ ਦੀ ਫੋਟੋ ਤੇ ਆ ਕੇ ਬੈਠੇਗਾ ਨਹੀਂ। ਲੇਕਿਨ ਅਸੀਂ ਏਡੇ ਘਟੀਆ, ਕੰਨ ਦੇ ਉੱਪਰ ਇੱਕ ਔਰਤ ਦੀ ਫੋਟੋ ਲੱਗੀ, ਅਸੀਂ ਉਹਨੂੰ ਵੇਖਿਆ ਤੇ ਸਾਡੀ ਗੱਡੀ ਨਾਲੇ ਵੀ ਡਿੱਗ ਪਈ, ਸਾਡੀ ਮੌਤ ਹੋ ਗਈ। ਕੱਲਾ ਵੇਖਣ ਦਾ ਚਸਕਾ। ਬਾਬਾ ਰਵਿਦਾਸ ਜੀ ਕਹਿੰਦੇ, ਬੰਦਿਆ ਤੂੰ ਆਪਣੇ ਆਪ ਨੂੰ ਬੜਾ ਸ਼੍ਰੋਮਣੀ ਤੇ ਵੱਡਾ ਖੋਣਾ,
बड़ा औखा बनना गुरमुखा, तेरे कल्ले च 5 ऐब ने, कल्ले च 5 ऐब। मैं पंक्ति रिपीट करा, मृग मीन भृंग पतंग कुंचर, एक दोख बनास, 5 दोख असाध जामे ताकि केतकास। बाबा रविदास कहते बंदिया, मच्छी च एक औगण, पतंगे च एक औगण, भौरे विच एक औगण, वो मारिया गया, तेरे कल्ले च 5 ने, तू किवें बचेगा। कहण तो भाव मैं बेनती कर लगा सा, उम्र करके कोई वड्डा नहीं। पौड़ी मैं फिर रिपीट करा, हर जुग जुग भगत तो पाया, पैज रखदा आया राम राजे, हरनाख दुष्ट हर मारिया पल्ला तराया। ओनू दुष्ट इस करके कहा, ओनू मैं दा रोग साडे अंदर भी है। गुरबाणी विच भी इहदी व्याख्या कीती है। ध्यान दिया जे किसी नूं नहीं आखना अपने अंदर झाती मारिया जी भी अपने अंदर ऐब है कि नहीं। वो ये है, हम बड़ कलीन, हम बड़ पंडित, हम जोगी सन्यासी, ज्ञानी गुणी, सूर हम दाते, ए बद कवे नासी। गुरु ग्रंथ सच्चे पातशाह ने समझाया, तू कहना मैं हंकारी नहीं, मैं तेनों दसदा भी आ झाती मार भी तेनों किस किस ढंग नाल हंकार ने अपने काबू च कीता है। ज्ञानी जी किते साडे पिंड आके पुछया जे, साडे वडेरियां ने नगर वसाया, खानदानी सरदार हाँ। इनू कहंदे हम बड़ कलीन, हम बड़ पंडित। तुसीं कहंदे बड़े विद्वान ने, लियाओ मेरे नाल पंजे नाल पंजा पौ, वेख्या जे किवें मुँधे करदा है। पंडित पुणे का हंकार, विद्या का पंडित तो भाव हुंदा विद्या, पंडित कोई कौम नहीं। ये वखरी गल है भी आप कब्जा करके बह जाइए। गुरु ग्रंथ सच्चे पातशाह ने पंडित की असली व्याख्या की थी, सो पंडित जो मन प्रबोधे, राम नाम आत्म सोधे। असली पंडित वो है ਜਿਹੜਾ ਦੂਜਿਆਂ ਨੂੰ ਲੈਕਚਰ ਦੇਣ ਦੀ ਬਜਾਏ ਪਹਿਲਾਂ ਮਨ ਨੂੰ ਸਮਝਾਵੇ। ਸੋ ਪੰਡਿਤ ਜੋ ਤਿਉ ਗੁਣਾ ਕੀ ਪੰਡ ਉਤਾਰੇ। ਆਪਾਂ 3 ਤਰ੍ਹਾਂ ਦੀਆਂ ਪੰਡਾਂ ਚੁੱਕੀਆਂ ਨੇ, ਕਿਹੜੀਆਂ ਕਿਹੜੀਆਂ? ਰਜੋ ਗੁਣ, ਤਮੋ ਗੁਣ, ਸਤੋ ਗੁਣ। ਔਰ ਇਹਦੀ ਨਿਵਰਤੀ ਕਰਦਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਗੜ ਨਾ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਇਹ ਕਿਵੇਂ ਨੇ? ਕਰਮ ਬੜੇ ਚੰਗੇ ਕਰਦਾ, ਨਹਾਉਂਦਾ ਧੋਂਦਾ, ਪਾਣੀ ਪੜ੍ਹਦਾ, ਲੇਕਿਨ ਲੋਕਾਂ ਨੂੰ ਕਹਿੰਦਾ ਵੀ ਗੁਰਮੁਖਾ ਮੈਨੂੰ 31 ਸਾਲ ਹੋ ਗਏ ਨੇ ਅੰਮ੍ਰਿਤ ਛਕੇ ਨੂੰ, ਮੈਂ ਕਦੇ ਰਾਤ ਨੂੰ ਨਾਗਾ ਨਹੀਂ ਪਾਇਆ, ਅੰਮ੍ਰਿਤ ਵੇਲਾ ਖਜਾਇਆ ਨਹੀਂ। ਬੜੀ ਚੰਗੀ ਗੱਲ ਹੈ, ਲੇਕਿਨ 31 ਸਾਲਾਂ ਦਾ ਹੰਕਾਰ ਗੁਰਮੁਖੀ ਬੇੜਾ ਗਰਕ। ਇਹਨੂੰ ਕਹਿੰਦੇ ਸਤੋ ਗੁਣ। ਕੰਮ ਚੰਗੇ ਕਰਦਾ ਪਰ ਵਿੱਚੋਂ ਤਤ ਨਹੀਂ ਗਿਆ ਹੰਕਾਰ ਦਾ, ਇਹਨੂੰ ਸਤੋ ਗੁਣ ਕਹਿੰਦੇ ਹਨ। ਤਮੋ ਗੁਣ, ਗਿਆਨੀ ਜੀ ਕਥਾ ਤਾਂ ਰੋਜ਼ ਹੁੰਦੀ ਹੈ ਤੇ ਇੱਥੇ ਕੰਮ ਲੰਗਰ ਦਾ ਢਿੱਲਾ ਜਿਹਾ ਹੈ। ਮੈਨੂੰ ਜਾਪਦਾ ਵੀ ਥੋੜੇ ਜਿਹੇ ਜਲੇਬ ਨੇ, ਪਹਿਲਾਂ ਲੰਗਰ ਨਾ ਛਕ ਆਈਏ। ਜਲੇਬ ਥੋੜੇ ਜਿਹੇ ਨੇ ਤੇ ਗਿਆਨੀ ਜੀ ਕਥਾ ਤਾਂ ਰੋਜ਼ ਹੀ ਕਰਦੇ ਆ। ਇਹਨੂੰ ਕਹਿੰਦੇ ਨੇ ਤਮੋ ਗੁਣ। ਖਾਣ ਦਾ ਲਾਲਚ, ਸੌਣ ਦਾ ਲਾਲਚ। ਰਜੋ ਗੁਣ ਕੀ ਹੈ? ਉੱਥੇ ਕਹਿੰਦੇ ਚੋਲੇ ਸਭ ਸਮਾਗਮ ਸੀ, 50 ਬੰਦੇ ਬੁਲਾਏ, ਮੈਂ ਪਿੱਛੇ ਬਹਿਣ ਗਿਆ ਸਾਂ। ਭਾਵ ਅੱਗੇ ਨਹੀਂ ਬੈਠਾ ਤੇ ਪਰੇਸ਼ਾਨੀ। ਤੁਸੀਂ ਥੱਲੇ ਬੈਠੇ ਕੋ ਤੁਹਾਡਾ ਘਟ ਗਿਆ, ਲੇਕਿਨ ਰਜੋ ਗੁਣ ਦੀ ਭਾਵੇਂ ਵੀ ਮੇਰੀ ਫੋਟੋ ਸਿੱਧੀ ਆਵੇ, ਮੈਨੂੰ ਗਾਂਹ ਬਿਠਾਉਣ, ਇਹ ਵੀ ਇੱਕ ਰੋਗ ਜੇ। ਔਰ ਇਹਨਾਂ ਦੀ ਨਿਵਰਤੀ ਕਰੇਗਾ ਕੌਣ? ਤੀਨੇ ਤਾਪ ਨਿਵਾਰ ਨਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਗਨ ਨਾ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ।
ਬੰਦੇ ਨੂੰ ਭੁਲੇਖਾ ਪੈ ਗਿਆ ਮੈਂ ਰੱਬ ਹਾਂ। ਇਹ ਮੁਲਤਾਨ ਸ਼ਹਿਰ ਦੀ ਗੱਲ ਹੈ। ਜਿਵੇਂ ਸਾਨੂੰ ਕਈਆਂ ਨੂੰ ਭੁਲੇਖਾ ਨਾ ਵੀ ਸ਼ਾਇਦ ਧਰਤੀ ਨੂੰ ਮੈਂ ਚੁੱਕਿਆ, ਤੁਸੀਂ ਮੈਂ ਇੱਕ ਚੁਟਕਲਾ ਗੜਾ ਬਣਾਇਆ ਆਪਣੇ ਕੋਲੋਂ, ਤੇ ਹੈ ਅਸਲਾ। ਜੈਂਤੀਪੁਰ ਦੇ ਲਾਗੇ ਇੱਕ ਆਦਮੀ, ਉਹਦੀ 7 ਕਿੱਲੇ ਪੈੜੀ ਸੀ, ਉਹਨੇ 32 ਕਿੱਲੇ ਬਣਾਈ ਹੈ। ਅਜੇ ਬੰਦਾ ਜਿਉਂਦਾ ਉਹ। 4 ਉਹਦੇ ਬੇਟੇ, ਅੱਖ ਤੋਂ ਕਾਣਾ। ਉਹ ਕੁਦਰਤੀ ਤੌਰ ਤੇ ਆਪਣੇ ਮੁੰਡਿਆਂ ਨੂੰ ਕਹਿਣ ਲੱਗਾ, ਕਾਕਾ ਮੈਂ ਤੁਹਾਡੇ ਲਈ ਕਿੰਨੇ ਪਾਪੜ ਵੇਲੇ, ਪਿਓ ਨੇ ਸੱਦ ਦਿੱਤੀ, ਮੈਂ 32 ਬਣਾਏ। ਤੇ ਉਹਦਾ ਛੋਟਾ ਮੁੰਡਾ ਬੜਾ ਮਜ਼ਾਕਿਆ ਕਹਿਣ ਲੱਗਾ, ਬਾਪੂ ਇੱਕ ਅੱਖ ਬੇਟੀ ਦੇ 32 ਬਣ ਗਏ, ਜੇ 2 ਬੇਟੇ ਕੇ ਫਿਰ 64 ਬਣਨਗੇ ਨਾ ਲਾਜ਼ਮੀ। ਇਹ ਗੱਲ ਤੁਹਾਨੂੰ ਮਜ਼ਾਕਿਆ ਜਾਪਦੀ, ਪਰ ਇਹਦੇ ਚ ਇੱਕ ਭਾਵ ਹੈ। ਇਹਦਾ ਭੁਲੇਖਾ ਵੀ ਜਿੱਦਣ ਮੈਂ ਨਾ ਰਿਹਾ ਔਲਾਦ ਭੁੱਖੀ ਮਰੇਗੀ, ਹੋ ਸਕਦਾ ਸਾਡੇ ਕਰਕੇ ਭੁੱਖੀ ਹੋਵੇ, ਅਸੀਂ ਦੇ ਨਹੀਂ ਸਕਦੇ। ਉਸ ਰਾਜੇ ਨੂੰ ਹੰਕਾਰ ਹੋ ਗਿਆ, ਮੁਲਤਾਨ ਦੇ ਰਾਜੇ ਹਰਨਾਕਸ਼ ਨੂੰ, ਮੈਂ ਰੱਬ ਹਾਂ। ਮੇਰੇ ਸਰਵੇ ਦੇ ਮੁਤਾਬਕ ਹੋ ਸਕਦਾ ਮੈਨੂੰ ਗੱਲ ਕਹਿਣੀ ਨਾ ਆਉਂਦੀ ਹੋਵੇ, ਕਈਆਂ ਵਾਰ ਬੰਦਾ ਗੱਲ ਤਾਂ ਕਹਿੰਦਾ ਸੀ ਠੀਕ ਢੁਕਵੀਂ ਨਹੀਂ ਹੁੰਦੀ। ਅੱਜ ਕੱਲ੍ਹ ਦੇ ਜ਼ਮਾਨੇ 'ਚ ਇੱਕ ਲਫ਼ਜ਼ ਆਇਆ, ਐਲਰਜੀ ਦਾ ਰੋਗ। ਐਲਰਜੀ, ਜਿਵੇਂ ਸਾਡਾ ਇੱਕ ਲੀਡਰ ਜੇਲ੍ਹ 'ਚ ਗਿਆ ਨਾ, ਉਹਨੂੰ ਕਣਕ ਦੀ ਰੋਟੀ ਨਾਲ ਐਲਰਜੀ ਹੋ ਗਈ। ਐਲਰਜੀਆਂ ਤਾਂ ਬੜੀਆਂ ਸੁਣੀਆਂ ਸਨ, ਪਰ ਮੈਂ ਕਣਕ ਦੀ ਰੋਟੀ ਤੋਂ ਐਲਰਜੀ ਨਹੀਂ ਸੁਣੀ। ਕਣਕ ਦੀ ਰੋਟੀ ਤੋਂ ਐਲਰਜੀ ਹੋ ਗਈ। ਤਗੜਿਆਂ ਬੰਦੇ ਦੀ ਗੱਲ ਹੈ ਨਾ। ਕਿਸੇ ਨੂੰ ਕਣਕ ਦੀ ਰੋਟੀ ਤੋਂ ਐਲਰਜੀ, ਕਿਸੇ ਨੂੰ ਮਿੱਟੀ ਘੱਟੇ ਤੋਂ ਐਲਰਜੀ, ਕਿਸੇ ਨੂੰ ਰੂਹ ਤੋਂ ਐਲਰਜੀ। ਤੇ ਮੇਰੇ ਸਰਵੇ ਦੇ ਮੁਤਾਬਕ, ਮੇਰੀ ਜਾਣਕਾਰੀ ਮੁਤਾਬਕ, ਰੱਬ ਨੂੰ ਵੀ ਐਲਰਜੀ ਹੰਕਾਰ ਨਾਲ। ਰੱਬ ਵੀ ਐਲਰਜੀ ਦਾ ਮਰੀਜ਼ ਹੈ। ਬਾਣੀ ਦੀਆਂ ਪੰਕਤੀਆਂ ਮੈਂ ਕਲੀਅਰ ਕਰਾਂ, ਹਰ ਜੀਉ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਰਾਜੇ ਨੂੰ ਭੁਲੇਖਾ ਪੈ ਗਿਆ ਮੈਂ ਰੱਬ ਹਾਂ, ਤੇ ਰੱਬ ਨੂੰ ਇਹ ਗੱਲ ਫਿੱਟ ਨਹੀਂ। ਉਹਨੇ ਉਹਦੇ ਹੰਕਾਰ ਦੀ ਨਿਵਰਤੀ ਵਾਸਤੇ ਉਹਦੇ ਘਰ ਇੱਕ ਬੇਟੇ ਨੂੰ ਜਨਮ ਦਿੱਤਾ, ਉਹਦਾ ਨਾਮ ਹੈ ਪ੍ਰਹਲਾਦ। ਮੈਂ ਆਪਣੀ ਅਨੁਭਵ ਦੇ ਮੁਤਾਬਕ, ਵਿਦਿਆ ਦੇ ਪ੍ਰਭਾਵ ਕਰਕੇ, ਵਿਆਕਰਨ ਦੇ ਮੁਤਾਬਕ ਆਪਣੇ ਕੋਲ ਇਹਦੇ ਅਰਥ ਕੀਤੇ ਨੇ, ਵਿਦਵਾਨਾਂ ਦੇ ਨਹੀਂ ਪੜ੍ਹੇ, ਮੇਰਾ ਜਾਤੀ ਅਨੁਭਵ ਹੈ। ਪ੍ਰਹਲਾਦ ਤੋਂ ਭਾਵ ਹੁੰਦਾ ਹੈ ਜਿਹੜਾ ਉਮਰ ਤੋਂ ਪਹਿਲਾਂ ਸੁਚੇਤ ਹੋ ਜਾਏ, ਜਾਗ ਪਏ। ਬੇਟਾ ਹੋਇਆ, ਉਹ ਕਹਿੰਦਾ, ਪਿਤਾ ਜੀ ਤੁਸੀਂ ਮੇਰੇ ਪਿਤਾ ਹੋ, ਪਰ ਜਿਹੜਾ ਤੁਸੀਂ ਪ੍ਰਾਪੇ ਗੰਢਾ ਕਰਦੇ ਵੇ ਮੈਂ ਰੱਬ, ਇਹ ਤੁਸੀਂ ਗਲਤ ਕਰਦੇ। ਤੁਸੀਂ ਰੱਬ ਨਹੀਂ। ਜਿਹਨੇ ਬੇਬੇ ਨੂੰ ਪੈਦਾ ਕੀਤਾ, ਬਾਪੂ ਨੂੰ ਪੈਦਾ ਕੀਤਾ, ਰੱਬ ਹੋਰ ਹੈ। ਬੰਦਾ ਮੈਂ ਵਾਸਤੇ ਕਿੰਨੇ ਪਾਪੜ ਵੇਲਦਾ ਹੈ। ਜਿਵੇਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਆਪਾਂ ਬੱਚਿਆਂ ਵਾਸਤੇ ਟਿਊਟਰ ਨਿਯੁਕਤ ਕਰਦੇ ਹਾਂ, ਉਹਨੇ ਉਹ ਜ਼ਮਾਨੇ ਦੇ ਵਿੱਚ ਆਪਣੇ ਪੁੱਤਰ ਨੂੰ ਇਹ ਭੁਲੇਖਾ ਪਾਉਣ ਵਾਸਤੇ ਵੀ ਤੁਹਾਡਾ ਪਿਓ ਰੱਬ, ਉਹਨੇ 2 ਟਿਊਟਰ ਨਿਯੁਕਤ ਕੀਤੇ। ਭਾਈ ਗੁਰਦਾਸ ਨੂੰ ਟਿਊਟਰਾਂ ਦਾ ਜ਼ਿਕਰ ਕੀਤਾ ਆਪਣੀਆਂ ਬਾਰੇ ਵਿੱਚ, ਸੰਡਾ ਤੇ ਮਰਕਾ। ਸੰਡਾ ਤੇ ਮਰਕਾ ਨਾਮ ਦੇ 2 ਟਿਊਟਰਾਂ ਦੀ, ਕੋਈ ਮਾਸਟਰ ਕਹਿ ਦੇ, ਕੋਈ ਉਸਤਾਦ ਕਹਿ ਦੇ, ਕੋਈ ਟੀਚਰ ਕਹਿ ਦੇ, ਇੱਕੋ ਭਾਵ ਹੈ ਤੇ ਮੇਰੇ ਪੁੱਤਰ ਨੂੰ ਫੀਡ ਕਰੋ, ਤੇਰਾ ਪਿਓ ਰੱਬ ਹੈ। ਪਰ ਉਹ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ। ਉਹਦਾ ਕਾਰਨ ਆਪਾਂ ਕਹਾਂਗੇ, ਇੱਕ ਸਾਡੇ 'ਚ ਕਹਾਵਤ ਹੈ, ਮਾਂ ਪੁਰ ਧੀ, ਪਿਤਾ ਪੁਰ ਘੋੜਾ, ਬਹੁਤਾ ਨਹੀਂ ਦੇ ਥੋੜਾ। ਇੱਥੇ ਇੱਕ ਸ਼ੰਕਾ ਪੈਦਾ ਹੁੰਦਾ ਵੀ ਗਿਆਨੀ ਜੀ, ਪਿਓ ਉਹਦਾ ਇਹੋ ਜਿਹਾ ਢਿੱਲਾ ਮੱਠਾ, ਤੇ ਉਹਦੇ ਅੰਦਰ ਇਹ ਸੋਚ ਕਿੱਥੋਂ ਆ ਗਈ? ਉਹਦੇ ਅੰਦਰ ਸੋਚ ਕਿੱਥੋਂ ਆਈ? ਜਦੋਂ ਆਪਾਂ ਅੰਮ੍ਰਿਤ ਛਕਿਆ ਸੀ ਨਾ, ਮੈਂ 16 ਸਾਲ ਡਿਊਟੀ ਕੀਤੀ ਟਕਸਾਲ ਵਿੱਚ ਅੰਮ੍ਰਿਤ ਛਕਾਉਣ ਦੀ। 5 ਪਿਆਰੇ ਸਾਹਿਬਾਨ ਕਹਿੰਦੇ ਵੀ ਗੁਰਮੁਖੋ, ਜਿੱਥੇ ਤਸੂੰਦੇ ਬਹਿੰਦੇ ਹੋ ਨਾ, ਉਸ ਕਮਰੇ ਵਿੱਚ ਮਹਾਂਪੁਰਸ਼ਾਂ, ਸ਼ਹੀਦਾਂ, ਸੰਤਾਂ, ਗੁਰਮੁਖਾਂ ਦੀਆਂ ਫੋਟੋਆਂ ਲਾਓ, ਤਾਂ ਕਿ ਅਸੀਂ ਫੋਟੋ ਦੇ ਪੁਜਾਰੀ ਨਹੀਂ। ਇਹਦਾ ਮਤਲਬ ਇਹ ਨਹੀਂ ਕਰਨਾ ਵੀ ਮੰਜੀ ਸਾਹਿਬ ਵਾਲਾ ਕਥਾਵਾਚ ਕਹਿ ਗਿਆ ਫੋਟੋਆਂ ਨੂੰ ਮੱਥਾ ਟੇਕੋ, ਬਿਲਕੁਲ ਨਹੀਂ। ਨਕਲੀ ਮੂਰਤ, ਅਸਲੀ ਨਾਮ। ਉਹਦਾ ਭਾਵ ਕਿ ਜੋ ਵੇਖਾਂਗੇ ਉਹ ਸੰਸਕਾਰ ਬਣਨਗੇ, ਜੋ ਵੇਖਾਂਗੇ ਨਾ ਸੰਸਕਾਰ ਬਣਨਗੇ। ਪ੍ਰਹਲਾਦ ਦੀ ਮਾਂ ਦਾ ਨਾਂ ਸੀ ਕੰਧੂਈ। ਜਿਹੜੀ ਆਪਾਂ ਬੀਬੀਆਂ ਭੈਣਾਂ ਲਗਾਉਂਦੀਆਂ ਰਜਾਈਆਂ, ਕੰਧੂਈ ਲਫ਼ਜ਼, ਇਹ ਪ੍ਰਹਲਾਦ ਦੀ ਮਾਂ ਦਾ ਨਾਂ ਵੀ ਕੰਧੂਈ ਸੀ। ਪ੍ਰਹਲਾਦ ਦੇ ਪਿਓ ਦੇ ਵਿਰੋਧੀ ਬੰਦੇ
ਭਲੇ ਲੋਕ ਚੁੱਕ ਕੇ ਲੈ ਗਏ ਉਹਨੂੰ, ਇਹਨੂੰ ਪਰੇਸ਼ਾਨ ਕਰਨ ਲਈ। ਉੱਥੇ ਉਹ ਗੁਰਮੁਖ ਸਨ। ਪ੍ਰਹਲਾਦ ਆਪਣੀ ਮਾਂ ਦੀ ਕੁੱਖ ਵਿੱਚ ਸੀ। ਜਿਹੜੇ ਬਾਹਰ ਦੇ ਚੰਗੇ ਸੰਸਕਾਰ ਸਨ ਉਹ ਮਾਂ ਦੀ ਕੁੱਖ 'ਚ ਪ੍ਰਹਲਾਦ ਤੇ ਵੀ ਪਏ। ਜਿਹੜੇ ਚੰਗੇ ਸੰਸਕਾਰ ਸਨ, ਪ੍ਰਹਲਾਦ ਭਾਵੇਂ ਮਾਂ ਦੀ ਕੁੱਖ ਵਿੱਚ ਹੈ, ਉਹ ਪ੍ਰਭਾਵ ਪਏ ਔਰ ਉਹਦੇ ਕਰਕੇ ਉਹ ਗੁਰਮੁਖ ਬਣਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਾਰਨ ਹਰਨਾਖ ਹਿਦੈਨ ਦੇ ਕਲਰ ਕਵਲ ਭਗਤ ਪ੍ਰਹਲਾਦ, ਪੜ੍ਹਨ ਪਠਾਇਆ ਪਾਠਸਾਲ ਪਾਂਦੇ ਚੇਤ ਹੋਏ, ਦੇਖ ਹੋਏ ਬਿਸਮਾਦ, ਰਾਜੇ ਪਾਸ ਰਵਾਇਆ ਦੋਖੀ ਦੈਂਤ ਵਧਾਇਆ ਵਾਦ, ਜਲ ਅਗਨੀ ਵਿੱਚ ਸੁੱਟਿਆ ਜਲੇ ਨਾ ਡੂਬੇ ਗੁਰ ਪ੍ਰਸਾਦ। ਆਪਾਂ ਸਿੱਖ ਹਾਂ ਕਿ ਆਪਾਂ ਗੁਰਦੁਆਰੇ ਇੱਕ ਧਾਰਮਿਕ ਸਮਾਗਮ ਕਰ ਰਹੇ ਹਾਂ, ਤੇ ਤੁਹਾਨੂੰ ਕੋਈ ਪੁੱਛੇ ਵੀ ਤੁਸੀਂ ਗੁਰਸਿੱਖ ਹੋ ਤੇ ਸਾਰੀ ਬਾਣੀ ਦਾ ਨਿਚੋੜ ਕੀ ਹੈ, ਤੇ ਜੇ ਹੁਣ ਤੱਕ ਮੈਂ ਸਮਝਿਆ ਉਹ ਤੁਹਾਨੂੰ ਬੇਨਤੀ ਕਰਾਂਗਾ ਉਹ ਜੀ ਗੁਰਪ੍ਰਸਾਦ। ਜੇ ਤੁਸੀਂ ਕਹਿ ਦੇਣ ਵੀ ਗਿਆਨੀ ਜੀ ਅਸੀਂ ਤੁਹਾਡਾ ਇੰਨਾ ਚਿਰ ਕਥਾ ਕਰਦਿਆਂ ਨੂੰ ਹੋਇਆ, ਤੁਸੀਂ ਗੁਰਬਾਣੀ ਝੁਣ ਤੱਕ ਕੀ ਸਮਝਿਆ, ਤੇ ਮੈਂ ਪੜ੍ਹਿਆ ਜੀ ਗੁਰਪ੍ਰਸਾਦ, ਗੁਰੂ ਦੀ ਕਿਰਪਾ। ਮੈਂ ਇੱਕ ਮੁਸਲਮਾਨ ਬਜ਼ੁਰਗ ਦੇ ਕੋਲੋਂ 69 ਦੇ ਵਿੱਚ ਇੱਕ ਬੰਦ ਸੁਣਿਆ ਸੀ, ਰੱਬਾ ਤੂੰ ਨਾ ਕਰੇ ਤੇ ਕਰੇ ਕਿਹੜਾ, ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਮੇਰੇ ਗੁਨਾਹ ਵੱਲੇ, ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ। ਲੋਕੀ ਮੇਰੇ ਗੁਨਾਹ ਵੱਲ ਵੇਖਦੇ ਨੇ, ਮੈਂ ਤੇ ਰਹਿਮਤ ਵੇਖਣਾ। ਜਿਹਨੂੰ ਗੁਰਬਾਣੀ 'ਚ ਕਹਿੰਦੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਅਸੀਂ ਪੈਰ ਪੈਰ ਤੇ ਗਲਤੀਆਂ ਕਰਦੇ ਹਾਂ ਪਰ ਤੂੰ ਬਖਸ਼ਣ ਵਾਲਾ ਹੈ। ਅਸੀਂ ਪੜ੍ਹਿਆ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਸਦਾ ਮਿਹਰਬਾਨ। ਗੁਰਮੁਖੋ, ਮੈਂ ਦੇ ਪ੍ਰਭਾਵ ਥੱਲੇ ਕਹਿੰਦੇ ਨੇ, ਕੱਢ ਕੜਕ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ। ਪਿਓ ਨੇ ਤਲਵਾਰ ਕੱਢ ਲਈ, ਕਿਹੜੀ ਗੱਲ ਤੋਂ ਮੈਨੂੰ ਰੱਬ ਕਿਉਂ ਨਹੀਂ ਕਹਿੰਦਾ, ਕਿਹੜੀ ਗੱਲ ਤੋਂ ਮੈਨੂੰ ਰੱਬ ਕਿਉਂ ਨਹੀਂ ਕਹਿੰਦਾ। ਨਾਲ ਦੀ ਪੰਕਤੀ 'ਚ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਜਲ ਅਗਨੀ ਵਿੱਚ ਸੁੱਟਿਆ ਜਲੇ ਨਾ ਡੂਬੇ ਗੁਰਪ੍ਰਸਾਦ। ਉਹਨੂੰ ਪਾਣੀ ਵਿੱਚ ਗੋਤੇ ਦੇ ਕਰਕੇ ਮਾਰਨ ਦਾ ਯਤਨ ਕੀਤਾ, ਅੱਗ ਵਿੱਚ ਸਾੜਨ ਦਾ ਯਤਨ ਕੀਤਾ, ਪਰ ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਸੇਕ ਨਾ ਲੱਗਾ। ਪਰ ਨਾਲ ਖਾਸ ਗੱਲ ਜੇ, ਗੁਰ ਪੂਰਾ ਜਿਨ ਸਿਮਰਿਆ, ਇਹ ਨਹੀਂ ਵੀ ਤੁਸੀਂ ਨਾਮ ਲੈਣ ਚਲੇ ਦਾ ਕੋ ਗੁਰੂ ਧਾਰਨ ਕਰਕੇ, ਉਹ ਟੁਕਲ ਗੁਰੂਆਂ ਦੀ ਗੱਲ ਨਹੀਂ ਜੇ ਮੈਂ ਕਰਦਾ, ਜਿਹੜੇ ਜੱਡ ਰੱਖਿਆ ਲੈ ਕੇ ਤੇ ਆਪਣੀ ਰੋਟੀਆਂ ਦਾ ਪਾਪੜ ਵੇਲਦੇ ਨੇ। ਮੈਂ ਉਸ ਗੁਰੂ ਦੀ ਗੱਲ ਕਰਦਾ ਜਿਹੜਾ 10 ਲੱਖ ਦੇ ਘੇਰੇ 'ਚ ਸਿੰਘਾਂ ਦੀ ਅਰਦਾਸ ਬੇਨਤੀ ਕਰਨ ਤੇ ਨਿਕਲਦਾ, ਪਰ ਕਹਿੰਦਾ ਸੰਗੋ ਮੈਂ ਤੁਹਾਡੀ ਮੰਨ ਲਈ, ਨਿਕਲ ਜਾਗਾ ਪਰ ਡਰ ਕੇ ਨਹੀਂ ਨਿਕਲਣਾ। ਜੇ ਤੁਹਾਨੂੰ ਪੁੱਛਣਾ ਵੀ ਗਿਆਨੀ ਜੀ ਸਾਨੂੰ ਡੂੰਘੀ ਗੱਲ ਨਹੀਂ ਆਉਂਦੀ, ਦੇਸੀ ਗੱਲ ਸਮਝਾਓ ਨਕਲੀ ਤੇ ਅਸਲੀ ਦੀ, ਤੇ ਮੈਂ ਇਹਦਾ ਜਵਾਬ ਘੜਿਆ, ਜਿਹੜੇ ਜੈਡ ਸੁਰੱਖਿਆ ਲੈ ਕੇ ਭੂਰਿਆਂ 'ਚ ਵੜੇ ਇਹ ਨਕਲੀ ਜੇ। ਜੈਡ ਸੁਰੱਖਿਆ ਤੇ ਅਸਲੀ ਕਿਹੜੇ ਨੇ? ਜਿਹੜਾ ਚਮਕੌਰ ਦੀ ਗੜੀ 'ਚੋਂ ਨਿਕਲਦਾ, ਸਿੰਘਾਂ ਨੇ ਆਖਿਆ ਪਾਤਸ਼ਾਹ ਸਾਡੀ ਬੇਨਤੀ ਮੰਨ। ਤੇ ਕਲਗੀਧਰ ਬਾਪੂ ਕਹਿਣ ਲੱਗਾ ਵੀ ਤੁਸੀਂ ਮੇਰੇ ਲਈ ਇੰਨੀਆਂ ਕੁਰਬਾਨੀਆਂ ਕਰੋ, ਆਪਾਂ ਕਿਤੇ 1100 ਦੇ ਕਰਾ ਦਈਏ, ਸਾਰਾ ਟੱਬਰ ਆਫਰਿਆ ਹੁੰਦਾ। ਅੱਜ 1100 ਦੀ ਦੇ ਕਰਾ ਕੇ ਆਏ, ਪਤਾ ਨਹੀਂ ਗੁਰੂ ਨੂੰ ਖੀਦੇ ਆਏ। ਅਸੀਂ ਉਸ ਕੌਮ ਨਾਲ ਸੰਬੰਧਿਤ ਹਾਂ। ਭਾਈ ਮਨੀ ਸਿੰਘ ਨੇ ਆਪਣੇ ਪਰਿਵਾਰ ਦੇ 27 ਮੈਂਬਰ ਸ਼ਹੀਦ ਕਰਾਏ ਜੇ ਲਿਖਣਾ ਤੇ ਮੇਰੇ ਕੋਲ ਪੁੱਛਿਆ ਵਿਗਿਆਨੀ ਜੀ ਕਿਹੜਾ ਕਿਹੜਾ ਮੈਂਬਰ। ਭਾਈ ਮਨੀ ਸਿੰਘ ਦੇ ਪਿਤਾ ਦੀਆਂ 2 ਸ਼ਾਦੀਆਂ ਸਨ, 12 ਭਰਾ ਸਨ। ਇਹਨਾਂ 'ਚੋਂ ਇੱਕ ਅਮੀ ਚੰਦ ਆਪਣੀ ਆਈ ਨਾਲ ਗਿਆ ਤੇ ਬਾਕੀ ਸਮੇਤ ਭਾਈ ਮਨੀ ਸਿੰਘ ਦੇ 11 ਭਰਾ ਸ਼ਹੀਦ ਹੋਏ। ਆਪਾਂ ਭਾਈ ਮਨੀ ਸਿੰਘ ਦੇ ਬੰਦ ਦੀ ਗੱਲ ਕਰਦੇ ਹਾਂ। ਜਦੋਂ ਭਾਈ ਮਨੀ ਸਿੰਘ ਦੇ ਬੰਦ ਕੱਟੇ ਗਏ ਨੇ, ਇਹਦੇ ਨਾਲ ਇਹਨਾਂ ਦੇ 2 ਭਰਾ ਭਾਈ ਗਰਜਾ ਸਿੰਘ, ਭਾਈ ਭੂਪਤ ਸਿੰਘ, ਇਹ ਨਾਲ ਸ਼ਹੀਦ ਹੋਏ ਨੇ। ਪਾਪ ਇੱਕ ਦਿਨ ਇਹ 3 ਭਰਾ ਸ਼ਹੀਦ ਹੋਏ ਨੇ। ਇਸ ਸਬਾਬ ਵਿੱਚੋਂ ਗੱਲ ਆ ਗਈ, ਕਹਿਣ ਦਾ ਭਾਵ ਜਿਨ੍ਹਾਂ ਨੇ ਕੁਝ ਕੀਤਾ ਹੈ। ਗੁਰਮੁਖੋ, ਗੁਰੂ ਦੀ ਕਿਰਪਾ ਇਹ ਨਹੀਂ ਮਾਨ ਹੈ, ਪਰ ਗੁਰੂ ਪੂਰਾ ਹੋਵੇ। ਮੈਂ ਲਫ਼ਜ਼ ਕਿਹਾ ਹੈ,
ਉਮਰ ਨਾਲ ਕੋਈ ਵੱਡਾ ਨਹੀਂ। ਇਹ ਮੈਨੂੰ ਗੱਲ ਕਿਉਂ ਕਹਿਣੀ ਪਈ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ 3 ਭਰਾ ਨੇ, ਪਰ ਭਰਾਵਾਂ ਦੀ ਲਿਸਟ ਵਿੱਚੋਂ ਸਾਰਿਆਂ ਤੋਂ ਛੋਟੇ ਹਨ। ਵੱਡੇ ਬਾਬਾ ਪ੍ਰਿਥੀ ਚੰਦ ਜੀ, ਉਹਦੇ ਤੋਂ ਛੋਟੇ ਬਾਬਾ ਮਹਾਦੇਵ ਜੀ, ਤੇ ਤੀਜੇ ਨੰਬਰ ਤੇ ਆਉਂਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਗੁਰੂ ਅਮਰਦਾਸ ਪਾਤਸ਼ਾਹ ਚੁਬਾਰੇ ਤੋਂ ਥੱਲੇ ਉਤਰੇ। ਮਾਤਾ ਭਾਨੀ ਜੀ ਆਪਣੀ ਭਰਜਾਈ ਤੇ ਨਾਲ ਜਿਵੇਂ ਮੰਜੇ ਤੇ ਬੀਬੀਆਂ ਬੈਠੀਆਂ ਗੱਲਾਂ ਕਰਦੀਆਂ ਨੇ, ਗੱਲਾਂ ਕਰਦੀਆਂ ਸਨ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਧੀਏ ਭਾਨੀਏ, ਜੇ ਭਲਾ ਤੇਰੇ ਸਿਰ ਦਾ ਸਾਈਂ ਗੁਜ਼ਰ ਜਾਏ, ਤੂੰ ਕੀ ਕਰੇ? ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰੋ। ਸਾਨੂੰ ਕਹਦੇ ਵੀ ਤੇਰਾ ਪੁੱਤ ਮਰ ਜੇ, ਅਸੀਂ ਕੀ ਜਵਾਬ ਦੇਵਾਂਗੇ? ਭਾਵੇਂ ਸਾਡੇ ਬਾਪ ਨੇ ਹੋਰ ਭੇਗੀ ਤੇ ਸਾਨੂੰ ਕੋਈ ਕਹੇ ਕਿ ਬਿਆਨੀ ਤੁਹਾਡਾ ਪਿਓ ਅੱਜ ਮਰ ਜੇ ਤੇ ਕੀ ਕਰੋਗੇ? ਸਾਡੇ ਬੌਂਦਲ ਜਾਵਾਂਗੇ। ਮਾਂ ਭਾਨੀ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਉਮਰ ਬਿਲਕੁਲ ਇੱਕੋ ਜੀ, 18 ਸਾਲ ਦੇ ਵਿੱਚ ਵਿਆਹ ਹੋਇਆ ਮਾਤਾ ਭਾਨੀ ਤੇ ਗੁਰੂ ਰਾਮਦਾਸ ਪਾਤਸ਼ਾਹ ਦਾ। ਇੱਕ ਗੱਲ ਜੀ ਦੇ ਤੇ ਆਮ ਕਰਕੇ ਕਿੰਤੂ ਪਰੰਤੂ ਕਰਦੇ ਤੇ ਕਈ ਕਹਿੰਦੇ ਗਿਆਨੀ ਜੀ ਨਾ ਕਿਹਾ ਕਰੋ, ਇਤਿਹਾਸ ਨੂੰ ਬਦਲਣ ਦਾ ਕਿਸੇ ਨੂੰ ਕੋਈ ਹੱਕ ਨਹੀਂ। ਉਥੇ ਲਿਖਿਆ ਕਿ ਮਾਤਾ ਭਾਨੀ ਨੇ ਆਪਣੀ ਨੱਥ ਲਾ ਕੇ, ਇਹ ਉਸ ਮੌਕੇ ਸੁਹਾਗ ਦੀ ਨਿਸ਼ਾਨੀ ਸੀ ਉਹ ਜ਼ਮਾਨੇ 'ਚ, ਹੁਣ ਨਹੀਂ। ਉਹਨਾਂ ਆਖਿਆ, ਗੁਰੂ ਪਿਤਾ ਜੀ ਮੈਂ ਤੁਹਾਡੇ ਭਾਣੇ 'ਚ ਰਹਾਂਗੀ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਧੀਏ ਭਾਨੀਏ, ਪਾਲਾ ਪਾਲਾ, ਮਾਪੇ ਹਮੇਸ਼ਾ ਧੀਆਂ ਨੂੰ ਦਿੰਦੇ ਆਏ। ਮੈਂ ਆਪਣੀ ਉਮਰ ਚੋਂ ਗਿਆ 6 ਸਾਲ ਤੇ 11 ਮਹੀਨੇ 18 ਦਿਨ ਤੇਰੀ ਝੋਲੀ 'ਚ ਪਾ ਦਿੱਤੇ। ਕੱਲ ਨੂੰ ਅਸੀਂ ਸਰੀਰ ਛੱਡ ਜਾਵਾਂਗੇ। ਗੁਰੂ ਨਾਨਕ ਦੀ ਜਿਹੜੀ ਦੈਵੀ ਜੋਤ ਹੈ ਨਾ, ਇਹ ਗੁਰੂ ਰਾਮਦਾਸ ਦੇ ਹਿਰਦੇ ਵਿੱਚ ਜਗਮਗ ਕਰੇਗੀ। ਉਸ ਸਮੇਂ ਦੀ ਘਟਨਾ, ਗੁਰੂ ਅਮਰਦਾਸ ਪਾਤਸ਼ਾਹ ਪ੍ਰਸ਼ਾਦਾ ਛਕ ਰਹੇ ਨੇ, ਬਾਲ ਅਵਸਥਾ ਹੈ। ਵੈਸੇ ਦੁਨਿਆਵੀ ਨਿਯਮਾਂ ਦੇ ਮੁਤਾਬਕ ਗੋਇੰਦਵਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਨਾਨਕਾ ਘਰ ਹੈ। ਇਹ ਨਾਨਕਿਆਂ ਦਾ ਘਰ ਹੈ। ਜਿੱਥੇ ਨਾਨਕ ਨਾਨੇ ਹੋਣ, ਉਹ ਨਾਨਕਿਆਂ ਦਾ ਘਰ ਹੈ। ਇਸ ਥਾਂ ਤੇ ਉਹਨਾਂ ਦੇ ਪਿਤਾ ਜੀ ਦੀ ਸ਼ਾਦੀ ਹੋਈ। ਰਿੜਦੇ ਰਿੜਦੇ ਆਏ ਤੇ ਸਾਡਾ ਇਤਿਹਾਸ ਕਹਿੰਦਾ ਹੈ, ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਕਿਹੜਾ ਬਾਲਕ ਹੈ ਭਾਰੀ, ਜਿਨ ਮੰਜੀ ਲਾਈ ਸਾਰੀ। ਤੇ ਮਾਤਾ ਭਾਨੀ ਜੀ ਪ੍ਰਸ਼ਾਦਾ ਪਕਾਰੇ ਸਨ, ਕਹਿਣ ਲੱਗੇ, ਦੋਹਤਾ ਦੋਹਤਾ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਡੋਲਿਆਂ ਤੋਂ ਫੜ ਕੇ ਆਪਣੀ ਗੋਦੀ 'ਚ ਬਿਠਾ ਕੇ ਆਖਿਆ, ਧੀਏ ਰਾਣੀਏ, ਦੋਹਤਾ ਬਾਣੀ ਦਾ ਬੋਹਥਾ। ਇਹਨੂੰ ਕਹਿੰਦੇ ਕਮੰਗ ਈਮੜ ਸਕਾਸ਼ ਦੇ ਛੇੜੋ ਜੀ ਫੂਰ, ਹੋਣ ਹਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਅਜੇ ਰਿੜਦੇ ਨੇ। ਲੇਕਿਨ ਗੁਰੂ ਅਮਰਦਾਸ ਨੇ ਕਹਿ ਦਿੱਤਾ, ਬਾਣੀ ਦਾ ਜਹਾਜ਼। ਉਹਦੇ ਨਾਲ ਇੱਕ ਇਹ ਵੀ ਗੱਲ ਲਿਖੀ ਹੈ, ਜਿਵੇਂ ਆਪਾਂ ਮਾਸੂਮ ਬੱਚੇ ਵੇਹਨੇ ਆ, ਉਹ ਥਾਲੀ 'ਚ ਹੱਥ ਪਾ ਦਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਨਾਨੇ ਦੀ ਥਾਲੀ 'ਚ ਹੱਥ ਪਾਇਆ। ਉੱਥੇ ਲਿਖਿਆ, ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਆਓ ਥਾਲ ਦਿਆ ਮਾਲਕਾ, ਆਓ ਥਾਲ ਦਿਆ ਮਾਲਕਾ, ਜਦੋਂ ਤੇਰਾ ਮੌਕਾ ਆਵੇਗਾ ਜਿੰਨਾ ਮਰਜ਼ੀ ਵੰਡੀ ਚੱਲੀ। ਉਸ ਥਾਲ ਦਾ ਜ਼ਿਕਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ 'ਚ ਕੀਤਾ ਹੈ। ਕਿਤੇ ਥਾਲ ਦੇ 'ਚ ਮਟਰ ਪਨੀਰ ਨਾ ਡੀਕੀ ਜਾਇਆ, ਜੇ ਅੱਜ ਮਟਰ ਪਨੀਰ ਨਹੀਂ ਬਣਿਆ। ਆਪਾਂ ਥਾਲ ਦੇ ਬੜੇ ਸ਼ੌਕੀਨ ਆ ਨਾ, ਅੱਜ ਮਟਰ ਪਨੀਰ ਬਣਾਇਆ, ਫਲਾਣਾ ਸਿਆ ਸਵਾਦ ਆ ਗਿਆ, ਤੇਰਾ ਬੇੜਾ ਗਰਕ ਹੋ ਜਾਏ। ਜਵਾਦਾਂ ਤੱਕ ਸਵਾਦਾਂ ਤੱਕ ਸੀਮਤ ਹੈ, ਸਵਾਦਾਂ ਤੋਂ ਉੱਪਰ ਉੱਠੋ। ਥਾਲ ਦਾ ਜ਼ਿਕਰ ਹੈ, ਥਾਲ ਵਿੱਚ 3 ਵਸਤੂ ਪਈ ਹੋਆ, ਥਾਲ ਦੀ ਗੱਲ ਜੇ, ਮਟਰ ਪਨੀਰ ਨਹੀਂ। ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधारो, जे को खावै जे को पुंचै, तिसका होए उधारो। ये वस्त तजी न जाई, नित नित रख उधारो। ये आप रोज पढ़ते हैं, लेकिन कदे विचारिया नहीं। तो मतलब की है,
ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰੂਪੀ ਸਾਲ ਸਾਨੂੰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਦਿੱਤਾ ਹੈ, ਜਿਹਦੇ ਚ ਨਾਮ ਅੰਮ੍ਰਿਤ ਹੈ, ਜਿਹਦੇ ਚ ਸੱਤ ਤੇ ਸੰਤੋਖ, ਇਹ ਤਿੰਨ ਚੀਜ਼ਾਂ ਨੇ। ਇੱਕ ਸੱਤ, ਸੰਤੋਖ, ਨਾਮ ਅੰਮ੍ਰਿਤ। ਤੇ ਨਾਲ ਆਖਿਆ ਜੇ ਕੋ ਖਾਵੇ ਜੇ ਕੋ ਪੁੰਚੇ, ਨਾਲ ਆਖਿਆ ਇਹ ਵਸਤ ਜੀ ਨੇ ਜਾਈ। ਇਹ ਕਿਉਂ ਆਖਿਆ? ਕੋਈ ਕਹਿੰਦਾ ਗਿਆਨੀ ਜੀ ਮੈਂ ਆਲੂ ਨਹੀਂ ਖਾਣੇ, ਇਹ ਵਾਈ ਹੁੰਦੇ, ਮੈਨੂੰ ਫਿੱਟ ਨਹੀਂ। ਕੋਈ ਕਹਿੰਦਾ ਵੀ ਗਿਆਨੀ ਜੀ ਮੈਂ ਬਤਾਊ ਨਹੀਂ ਖਾਣੇ, ਇਹ ਗਰਮ ਨੇ, ਮੈਨੂੰ ਫਿੱਟ ਨਹੀਂ। ਕੋਈ ਕਹਿੰਦਾ ਮੇਰਾ ਯੂਰਿਕ ਐਸਿਡ ਵੱਧਦਾ, ਮੈਂ ਜਿਹੜੀ ਛਿੱਲਾਂ ਵਾਲੀ ਦਾਲ ਨਹੀਂ ਖਾਣੀ। ਲੇਕਿਨ ਇੱਕ ਐਸਾ ਥਾਲ ਹੈ, ਇਹਨੂੰ ਕੋਈ ਵੀ ਛਕ ਲੈ, ਸੱਤ ਤੇ ਸੰਤੋਖ, ਇਹ ਬੰਦੇ ਦਾ ਜੀਵਨ ਬਦਲ ਦਿੰਦਾ ਹੈ। ਇਹ ਥਾਲ ਦੇ ਮਾਲਕ ਨੂੰ ਜਦੋਂ ਡਿਊਟੀ ਮਿਲੀ, ਇਹਨਾਂ ਨੇ ਆਪਣੇ ਵੱਖ-ਵੱਖ ਧਰਮ ਅਸਥਾਨਾਂ ਨੂੰ ਕਾਇਮ ਕੀਤਾ। ਔਰ ਉਹਨਾਂ 'ਚ ਇੱਕ ਵਿਸ਼ੇਸ਼ ਥਾਂ, ਜਿਹਨੂੰ ਤੁਸੀਂ ਖੀਰ ਖਵਾ ਕੇ ਆਉਂਦੇ ਹੋ ਨਾ, ਸ਼ੇਖ ਫਤਿਹ, ਇਹ ਪੰਜਾਬ ਦੀ ਬੋਲੀ ਟਊਟ ਹੋਇਆ, ਜ਼ਮਾਨੇ ਦਾ ਮੰਨਿਆ ਟਊਟ। ਅੱਜ ਕੱਲ੍ਹ ਤੁਸੀਂ ਅੰਗਰੇਜ਼ੀ ਬੋਲਦੇ ਹੋ, ਉਦੋਂ ਪਤਾ ਨਹੀਂ ਕੀ ਕਹਿੰਦੇ ਹੋਣਗੇ। ਹੁਣ ਅੱਜ ਕੱਲ੍ਹ ਲੋਕ ਛੇਤੀ ਸਮਝਦੇ, ਟਊਟ ਆ ਕੇ ਛੇਤੀ ਸਮਝ ਜਾਂਦੇ ਨੇ। ਇਹ ਗੁਰੂ ਘਰ ਦਾ ਵਿਰੋਧੀ ਸੀ। ਕੱਲਾ ਹੱਸਣਾ ਨਹੀਂ, ਮੇਰੀ ਗੱਲ ਨੂੰ ਚੁੱਕਣਾ। ਮੈਂ ਕਾਲਜ ਪੜ੍ਹਿਆ, ਕਾਲਜ ਇਹ ਨਹੀਂ ਪਿੰਡ ਦਾ ਤਾਂ ਦੋ ਚਾਰ ਪੋਥੀਆਂ ਪੜ੍ਹੀਆਂ। ਮੈਂ ਖਾਲਸਾ ਕਾਲਜ 13ਵੀਂ ਜਮਾਤ ਵਿੱਚ ਪੜ੍ਹਿਆ, ਜੇ ਆਪਣੇ ਖਾਲਸਾ ਕਾਲਜ 13ਵੀਂ ਜਮਾਤ ਵਿੱਚ। ਉੱਥੇ ਲਿਖਿਆ ਸੀ ਵੀ ਤਰਨ ਤਾਰਨ ਵਸਾਉਣ ਦਾ ਕਾਰਨ ਇਸ ਥਾਂ ਤੇ ਇੱਕ ਇਸਲਾਮ ਦਾ ਅੱਡਾ ਕਾਇਮ ਹੋਇਆ, ਤੇ ਉਹਦੀ ਰੋਕਥਾਮ ਵਾਸਤੇ ਗੁਰੂ ਅਰਜਨ ਦੇਵ ਨੇ ਤਰਨ ਤਾਰਨ ਦੀ ਸਿਰਜਣਾ ਕੀਤੀ। ਜਿਹੜਾ ਆਪਾਂ 13ਵੀਂ ਜਮਾਤ ਵਿੱਚ ਦੋ ਤਰ੍ਹਾਂ ਦਾ ਇਤਿਹਾਸ ਪੜ੍ਹਾਇਆ ਜਾਂਦਾ, ਇੱਕ ਮੁਗਲ ਹਿਸਟਰੀ, ਇੱਕ ਸਿੱਖ ਹਿਸਟਰੀ, ਤੇ ਚੋਣ ਆਪੋ ਆਪਣੀ ਹੁੰਦੀ ਹੈ। ਮੈਂ ਸਿੱਖ ਹਿਸਟਰੀ ਲਈ ਸੀ, ਤੇ ਉਹਦੇ ਵਿੱਚ ਸਾਨੂੰ ਬਕਾਇਦਾ ਕਲਾਸ ਵਿੱਚ ਪੜ੍ਹਾਇਆ ਗਿਆ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹ ਤਰਨ ਤਾਰਨ ਦਾ ਸਥਾਨ ਕਾਇਮ ਕੀਤਾ ਨਾ, ਮੈਂ ਇਸ ਨਗਰ ਨਾਲ ਗੱਲ ਜੋੜਨੀ ਹੈ। ਤੇ ਬਾਬਾ ਬਿਧੀ ਚੰਦ ਦੇ ਨਾਨਕੇ ਸਿਰਾੜੀ ਸਨ। ਜਿੱਥੇ ਕੋਈ ਬੰਦਾ ਰਹਿੰਦਾ ਹੈ, ਉਥੋਂ ਦੇ ਸੰਸਕਾਰ ਲਾਜ਼ਮੀ ਹੁੰਦੇ ਨੇ। ਮੈਂ ਦੁਪਹਿਰੇ ਆਪਣੇ ਪਿੰਡ ਕਥਾ ਕਰਕੇ ਆਇਆ, ਭੂਰੇ ਕੋਨੇ। ਮੈਂ ਉੱਥੇ ਆਖਿਆ ਵੀ ਦੋ ਪਿੰਡਾਂ ਦੇ ਨਾਮ ਨਾਲ ਲੱਗਦਾ ਚੋਰਾਂ ਵਾਲੇ, ਇੱਕ ਭੂਰੀ ਚੋਰਾਂ ਵਾਲੇ ਤੇ ਇੱਕ ਸਿਰਾੜੀ ਚੋਰਾਂ ਵਾਲੀ। ਇਹ ਨਾਂ ਨਾਲ ਲੋਕੀ ਆਮ ਬੋਲਦੇ ਸਨ। ਜੇ ਪੁੱਛਣ ਕਿਹੜੀ ਸਿਰਾੜੀ, ਤੇ ਇਹ ਨਹੀਂ ਸੀ ਆਂਦੇ ਗਾਂਹ ਪਿਛਾਂ ਕਹਿਣਾ ਚੋਰਾਂ ਵਾਲੀ। ਤੇ ਜੇ ਭੂਰੇ ਕਿਹੜੇ ਨੇ, ਭੂਰੇ ਗਿੱਲ ਨੇ, ਕਰੀਮਪੁਰਾ, ਹੋਰ ਕਈ ਭੂਰੇ ਨੇ। ਜੇ ਆਖੀਏ ਨਾ ਭੂਰੇ ਆਸਲ ਤੇ ਸ਼ਾਇਦ ਰੌਲਾ ਪੈ ਜੇ। ਜੇ ਆਖਣਾ ਚੋਰਾਂ ਵਾਲੇ, ਸਿੱਧਾ ਪੁਰਾਣੇ ਭੂਰੇ ਚਲਾ ਜਾ, ਪੁੱਛਣ ਦੀ ਲੋੜ ਕੋਈ ਨਹੀਂ। ਪਰ ਉਹਨਾਂ ਦੋ ਨਗਰਾਂ ਵਿੱਚ ਸਾਡੇ ਵੇਹਦਿਆਂ ਸੰਤ ਪੈਦਾ ਹੋਏ। ਸੰਤ ਬਾਬਾ ਤਾਰਾ ਸਿੰਘ ਸਿਰਾੜੀ, ਸੰਤ ਬਾਬਾ ਕਰਤਾਰ ਸਿੰਘ ਭੂਰਾ। ਇੱਕ ਦਾ ਨਾਮ ਬਦਲ ਗਿਆ, ਸਿਰਾੜੀ ਸੰਤਾਂ ਵਾਲੀ ਤੇ ਭੂਰੇ ਸੰਤਾਂ ਵਾਲੇ। ਗੁਰਮੁਖੋਂ ਨਾਨਕਿਆਂ ਦੇ ਸੰਸਕਾਰਾਂ ਕਰਕੇ ਬਾਬਾ ਬਿਧੀ ਚੰਦ ਨੂੰ ਸੁਭਾਅ ਬਣ ਗਿਆ ਚੋਰੀ ਦਾ। ਤੁਹਾਡੇ ਇਲਾਕੇ ਆਲੀ ਪਿੰਡ ਹੈ, ਇੱਥੋਂ ਬਾਬੇ ਬਿਧੀ ਚੰਦ ਨੇ ਮੱਝਾਂ ਕੱਢਦੀਆਂ। ਇਸ ਥਾਂ ਤੇ ਇੱਕ ਗੁਰੂ ਕਾ ਸਿੱਖ, ਜਿਹਦੇ ਬਾਰੇ ਅਸੀਂ ਪੜ੍ਹਦੇ ਹਾਂ। ਆਪਾਂ ਤਾਂ ਐਵੇਂ ਨੇ ਵੀ ਲੋਕਾਂ ਨੂੰ ਪਤਾ ਚੱਲਦੇ ਵੀ ਫਲਾਣਾ ਸਿੰਘ ਆਇਆ। ਆ ਕਈਆਂ ਨੂੰ ਆਦਤ ਬਣੀ ਕਾਰਡ ਕੱਢ ਕੇ ਫੜਾਉਣਗੇ, ਗਿਆਨੀ ਜੀ ਮੇਰਾ ਕਾਰਡ ਲੈ ਲਓ। ਮੈਂ ਕਿਤੇ ਕਥਾ ਕਰਨ ਗਿਆ ਤੇ ਕਹਿੰਦੇ ਕਾਰਡ, ਮੈਂ ਕਿਹਾ ਮੈਂ ਤੂੰ DSDC ਲੱਗਾ ਵੀ ਮੈਂ ਤੇਰੀ ਜਾਣ ਪਛਾਣ ਲਵਾਂ, ਮੈਨੂੰ ਲੋੜ ਹੀ ਕੋਈ ਨਹੀਂ। ਕਈ ਧੱਕੇ ਨਾਲ ਕਾਰਡ ਵੰਡੀ ਜਾਣਗੇ, ਵੀ ਲੋੜ ਹੋ ਤਾਂ ਲੈ ਲੂ। ਕਈਆਂ ਨੂੰ ਫਰੇਵਾ ਹੁੰਦਾ, ਮੈਂ ਕੁਝ ਹਾਂ। ਲੇਕਿਨ ਧਰਮ ਵਿੱਚ ਫਰੇਵਾ ਨਹੀਂ। ਧਰਮ ਵਿੱਚ ਕੀ ਹੈ? ਤਾਣ ਹੁੰਦੇ ਹੋਏ ਨਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣਹੋਂਦਾ ਆਪ ਗਣਾਏ ਕੋ ਐਸਾ ਪਗ ਛੜਾਏ। ਜਿਹੜਾ ਇਸ ਨਗਰ ਵਿੱਚ ਭਾਈ ਅਦਲੀ ਸੀ ਨਾ, ਉਹਦਾ ਜੀਵਨ ਇਹਨਾਂ ਨਿਯਮਾਂ ਮੁਤਾਬਕ ਸੀ। ਕਿਹੜੇ? ਤਾਣ ਹੁੰਦੇ ਹੋਏ ਨਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣਹੋਂਦਾ ਆਪ ਗਣਾਏ ਕੋ ਐਸਾ ਪਗ ਛੜਾਏ। ਸੁਭਾਵਕ ਟੋਰ ਟੁਕਾ ਪਰਮੇਸ਼ਰ ਦਾ ਭਾਣਾ ਵਰਤਿਆ। ਪਿੰਡ ਵਾਲੇ ਸਟੇਤ ਹੋ ਗਏ, ਸ਼ੱਕ ਪੈ ਗਿਆ। ਉਹ ਮਗਰ ਆਏ ਤੇ ਜੀ ਭਿਆਣਾ ਬਾਬਾ ਬਿਧੀ ਚੰਦ ਭਾਈ ਅਦਲੀ ਦੇ ਡੇਰੇ ਵਿੱਚ ਚਲਾ ਗਿਆ। ਉਦੋਂ ਡੇਰੇ ਅੱਜ ਤੱਕ ਕੋਈ ਪੱਕੇ ਨਹੀਂ ਸਮਝਦੇ। ਕਹਿਣ ਲੱਗਾ, ਬਾਬਾ ਤੂੰ ਰੱਬ ਦਾ ਪਿਆਰਾ ਹੈ, ਮੈਂ ਸੁਣਿਆ ਵੀ ਅਰਦਾਸ ਵਿੱਚ ਬੜੀ ਤਾਕਤ ਹੈ, ਤੇ ਮੈਨੂੰ ਬਚਾ ਲਾ।
ਭਾਈ ਅਦਲੀ ਇੱਕ ਆਮ ਸਿੱਖ ਨਹੀਂ ਸਨ, ਨਾ ਬਾਣੀ 'ਚ ਗੁੱਝੀ ਪਵਿੱਤਰ ਆਤਮਾ ਸੀ। ਕਹਿਣ ਲੱਗੇ, ਗੁਰਮੁਖਾ ਮੇਰੇ ਗੁਰੂ ਦੇ ਬੋਲ ਨੇ, ਜਾਂ ਕੋਈ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੂਕੇ ਸਭ ਅਸਰਾਓ, ਚੇਤਾਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਮਾਰਾ ਲੈ ਲਾ, ਵੈਗਰੂ ਵੈਗਰੂ ਕਹੀ ਚੱਲ, ਜਿਹੜੇ ਵੈਗਰੂ ਨੂੰ ਚੇਤੇ ਕਰੇਗਾ ਉਹ ਤੇਰੀ ਪੱਤ ਰੱਖੇਗਾ। ਬਾਬੇ ਬਿਧੀ ਚੰਦ ਦਾ ਦਿਮਾਗ ਬਹੁਤ ਤੀਖਣ ਸੀ। ਮੇਰੀ ਆਪਣੀ ਅਨੁਭਵ ਦੇ ਮੁਤਾਬਕ, ਕਈ ਵਾਰ ਅਨੁਭਵ ਗਲਤ ਵੀ ਹੋ ਸਕਦਾ ਹੈ, ਜੋ ਮੈਂ ਸਮਝਿਆ ਨਾ, ਬਾਬਾ ਬਿਧੀ ਚੰਦ ਦਾ ਮਜ਼ਾਕੀਆ ਸੁਭਾਅ ਤੇ ਬਾਬਾ ਬਿਧੀ ਚੰਦ ਅੱਤ ਦੇ ਦਲੇਰ ਸਨ। ਇਹ ਦੋ ਗੁਣ ਉਹਨਾਂ ਦੇ ਵਿਸ਼ੇਸ਼ ਮੈਨੂੰ ਪ੍ਰਤੀਤ ਹੁੰਦੇ ਨੇ, ਇੱਕ ਮਜ਼ਾਕੀਆ ਸੁਭਾਅ ਤੇ ਇੱਕ ਦਲੇਰੀ ਸਿਖਰ ਦੀ। ਕਹਿਣ ਲੱਗਾ, ਬਾਬਾ ਤੂੰ ਕਹਿੰਦਾ ਵੈਗਰੂ ਵੈਗਰੂ ਕਹਿ, ਤੇ ਵੈਗਰੂ ਕਹਿਣ ਦੇ ਨਾਲੋਂ 30 ਬੰਦੇ ਤੁਰੇ ਆਉਂਦੇ, ਮੈਨੂੰ ਵੈਗਰੂ ਬਚਾ ਲਏਗਾ। ਇਹ ਤਰਕ ਸੀ। ਬਾਬੇ ਬਿਧੀ ਚੰਦ ਨੂੰ ਬਾਬਾ ਅਦਲੀ ਕਹਿਣ ਲੱਗਾ, ਤੂੰ 30 ਦੀ ਗੱਲ ਕਰਦਾ ਹੈ, ਇਹ ਤਾਂ ਹਜ਼ਾਰਾਂ ਤੋਂ ਬਚਾ ਲੈਂਦਾ ਹੈ। ਕਹਿਣ ਲੱਗਾ, ਬਾਬਾ ਅੱਛਾ ਹਾਂ, ਕਿੱਥੇ ਬਚਾਇਆ? ਤੇ ਭਾਈ ਅਦਲੀ ਨੇ ਇੱਕ ਪੌੜੀ ਪੜ੍ਹੀ। ਕਿਹੜੀ? ਕਹਿੰਦਾ ਇਹ ਦੁਆਪਰ ਦੇ ਜ਼ਮਾਨੇ ਦੀ ਗੱਲ ਹੈ। ਸ਼ਰੀਕ ਜਿਹੜੀ ਭਰਜਾਈ ਨੂੰ ਮਾਂ ਕਰਕੇ ਪੂਜੀਦਾ, ਉਹਨੂੰ ਬੇਪਤ ਕਰਨ ਲਈ ਤਿਆਰ ਹੋ ਗਿਆ। ਬਿਧੀ ਚੰਦਾ ਥੋੜਾ ਜਿਹਾ ਧਿਆਨ ਨਾਲ ਸੁਣ, ਤੂੰ ਕਹਿੰਦਾ ਵੀ ਇਹ 30 ਬੰਦੇ ਮੈਨੂੰ ਮਾਰਨ ਦੇਣ ਤੇ ਮੈਂ ਕਿਵੇਂ ਬਾਜਾਂਗਾ? ਮੈਂ ਦੱਸਣ ਲੱਗਾ ਬਚੇਗਾ ਕਿਵੇਂ। ਉਹ ਚਾਚੇ ਤਾਏ ਦੇ ਪੁੱਤਰ ਸਨ। ਸ਼ਰੀਕਾ ਬੜਾ ਚੰਦਰਾ ਹੁੰਦਾ ਹੈ। ਦ੍ਰੋਪਦੀ ਨੇ ਕਿਤੇ ਆਪਣੇ ਦਿਓਰ ਨੂੰ ਕੋਈ ਕਬੂਲ ਬੋਲਿਆ, ਕਹਿਣ ਲੱਗੇ, ਇਹ ਮੈਂ ਤਕਰੀਬਨ ਲਫ਼ਜ਼ ਹਰ ਥਾਂ ਤੇ ਬੋਲਦਾ ਹਾਂ, ਇਹੋ ਜਿਹਾ ਗੱਲ ਨਾ ਕਹੋ ਜਿਹੜੀ ਬਹੁਤ ਮਹਿੰਗੀ ਪੈ ਜਾਏ। ਨਿੱਕਾ ਜਿਹਾ ਬੋਲ ਜਿਹੜਾ ਨਾ, ਉਹ ਬੜਾ ਨੁਕਸਾਨ ਕਰਦਾ, ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਥਿੰਕ ਬਿਫੋਰ ਯੂ ਸਪੀਕ। ਜਿਹਨੂੰ ਦਰਬਾਰ ਸਾਹਿਬ ਦੇ ਮੇਰੀ ਉਹ ਦੋਵੇਂ ਡਿਊਟੀਆਂ ਮਿਲੀਆਂ ਨੇ। ਗਿਆਨੀ ਕਰਤਾਰ ਸਿੰਘ ਕਲਾਸ ਵਾਲੀਏ ਨੇ ਬੜੇ ਗ੍ਰੰਥ ਲਿਖੇ ਨੇ, ਉਹ ਕਥਾ ਵੀ ਮੰਝੀ ਸਾਹਿਬ ਕਰਦੇ ਸਨ ਤੇ ਦਰਬਾਰ ਸਾਹਿਬ ਦੇ ਗ੍ਰੰਥੀ ਵੀ ਸਨ। ਉਹਨਾਂ ਨੇ ਇੱਕ ਲਫ਼ਜ਼ ਲਿਖਿਆ, ਬੋਲੀ ਕੱਟ ਗਈ ਜਿਗਰ ਕਰਤਾਰ ਸਿੰਘਾ, ਤਿੱਖੀਆਂ ਬੋਲੀਆਂ ਕਾਲਜੇ ਚੀਰ ਗਈਆਂ। ਨਿੱਕੀ ਜੀ ਗੱਲ ਜਿਹੜੀ ਹੈ ਨਾ, ਬਹੁਤ ਚੁਭਦੀ ਹੈ। ਹੁਣ ਮੈਂ ਸੰਤ ਬਾਬਾ ਕਰਤਾਰ ਸਿੰਘ ਆਪਣੇ ਉਸਤਾਦ ਦੀ ਗੱਲ ਕਰਾਂ, ਇਹਨੂੰ ਤੋੜ ਲਈ। ਉਹਨਾਂ ਸਾਨੂੰ ਇੱਕ ਉਦਾਹਰਨ ਪੜ੍ਹਾਈ ਸੀ ਕਿ ਲੱਕੜਹਾਰੇ ਤੇ ਸ਼ੇਰ ਦਾ ਬੜਾ ਪਿਆਰ ਪੈ ਗਿਆ, ਰੋਜ਼ ਲੱਕੜਾਂ ਕੱਟਣ ਜਾਂਦਾ ਹੈ। ਤੇ ਲੱਕੜਹਾਰਾ ਸ਼ੇਰ ਨੂੰ ਕਹਿਣ ਲੱਗਾ ਵੀ ਮਿੱਤਰਾ, ਮੈਂ ਤੇਰੇ ਕੋਲ ਆਉਣਾ, ਕਿਤੇ ਮੇਰੇ ਵੀ ਗੇੜਾ ਮਾਰ। ਇਹ ਉਹਨਾਂ ਨੇ ਪੋਥੀ 'ਚ ਲਿਖਿਆ, ਸੰਤ ਕਰਤਾਰ ਸਿੰਘ ਹੋਰਾਂ ਨੇ। ਉਹ ਕਹਿਣ ਲੱਗਾ, ਮੈਂ ਜਾਨਵਰ ਤੂੰ ਬੰਦਾ, ਆਪਾਂ ਮਿਲਦੇ ਗਿਲਦੇ ਠੀਕ। ਕਹਿਣ ਲੱਗਾ, ਫਿਰ ਯਾਰੀ ਕਾਹਦੀ ਹੋਈ? ਕਹਿਣ ਲੱਗਾ, ਆ ਜੀ ਐਤਵਾਰ। ਲੋਕਾਂ ਨੇ ਐਤਵਾਰ ਸਮਝਿਆ ਵੀ ਰੱਬ ਵਿਹਲਾ ਹੈ ਤੇ ਬਾਕੀ ਦੇ ਦਿਨ ਰੱਬ ਦਾ ਦਫ਼ਤਰ ਬੰਦ ਹੁੰਦਾ। ਬਹੁਤੇ ਧਰਮਾਂ ਦੇ ਵੀ ਪ੍ਰਚਾਰ ਜੇ ਆ ਜਿਹੜੇ ਪੈਸੇ ਵੰਡ ਕੇ ਜੋੜਦੇ ਨਾ ਆਪਣੇ ਨਾਲ, ਤੁਹਾਨੂੰ ਪਤਾ ਹੈ ਵੀ ਮੁੰਡਿਆਂ ਦੀ ਫੀਸ ਛੁੱਟੀ, ਤੁਹਾਡੀ ਛੁੱਟੀ ਕਰ ਦੇਂਗੇ, ਸਾਡੇ ਅੰਦਰ ਰਲ ਜਾਓ। ਉਹ ਕਹਿੰਦੇ ਵੀ ਰੱਬ ਉਸ ਦਿਨ ਗੇਟ ਖੋਲਦਾ ਤੇ ਬਾਕੀ 6 ਦਿਨ ਬੰਦ, ਲੇਕਿਨ ਸਾਡਾ ਗੁਰੂ ਦਰਵਾਜ਼ਾ ਬੰਦ ਨਹੀਂ ਜੇ ਕਰਦਾ। ਇਹ 8 ਪੈਰ ਜਾਗਦਾ ਸਤਿਗੁਰ, ਜਾਗਤਾ ਹੈ ਦਿਓ। ਉਹ ਲੱਕੜਹਾਰਾ ਗਿਆ, ਐਤਵਾਰ ਦਿਨ ਮਿਥਿਆ ਸੀ। ਘਰਵਾਲੀ ਨੂੰ ਕਹਿਣ ਲੱਗਾ, ਮੇਰੇ ਮਿੱਤਰ ਨੇ ਆਉਣਾ। ਉਹਨੇ ਬੀਬੀ ਨੇ ਪੋਚਾ ਫੇਰਿਆ, ਪਲੰਘ ਤੇ ਨਵੀਂ ਚਾਦਰ ਵਿਛਾਈ ਤੇ ਕਹਿਣ ਲੱਗਾ, ਆ ਗਿਆ ਯਾਰ, ਸਾਡਾ ਯਾਰਾਂ ਦਾ ਯਾਰ। ਕਹਿਣ ਲੱਗੀ, ਤੇਰੀ ਕੁੱਤਿਆਂ ਤੇ ਬਿੱਲਿਆਂ ਨਾਲ ਯਾਰੀਆਂ ਰਹੀਆਂ। ਉਹਨੇ ਸੁਣ ਲਿਆ ਤੇ ਜੰਗਲ ਵਿੱਚ ਚਲਾ ਗਿਆ, ਲੱਕੜਾਂ ਕੱਟਣ ਗਿਆ। ਲੱਕੜਹਾਰਾ ਤੇ ਕਹਿਣ ਲੱਗਾ, ਮਿੱਤਰਾ ਮੇਰੇ ਕੁਹਾੜੇ ਨਾਲ ਵਾਰ ਕਰ। ਕਹਿਣ ਲੱਗਾ, ਹੋਸ਼ ਨੂੰ ਹੱਥ ਮਾਰ, ਤੇਰੇ ਤੇ ਵਾਰ ਕਰਾਂ? ਕਹਿਣ ਲੱਗਾ, ਵੀ ਜੇ ਨਾ ਕੀਤਾ ਤੇ ਮੈਂ ਪਸ਼ੂਆਂ ਤੈਨੂੰ ਢਾ ਲਾਂਗਾ। ਉਹਨੇ ਡਰਦੇ ਮਾਰੇ ਨੇ ਮਾੜਾ ਜਿਹਾ ਕੁਹਾੜਾ ਮਾਰਿਆ। 5-4 ਦਿਨ ਲੰਘੇ ਤੇ ਸ਼ੇਰ ਲੱਕੜਹਾਰੇ ਨੂੰ ਕਹਿਣ ਲੱਗਾ, ਮਿੱਤਰਾ ਮਾੜਾ ਜਿਹਾ ਵੇਖ ਸੀ ਜ਼ਖਮ ਦਾ ਕੀ ਬਣਿਆ। ਉਹਨੇ ਵਾਲ ਪਾਸੇ ਕਰਕੇ ਕਹਿਣ ਲੱਗਾ ਜ਼ਖਮ ਲੱਭਦਾ ਨਹੀਂ। ਤੇ ਸ਼ੇਰ ਨੇ ਆਖਿਆ, ਇਹੋ ਗੱਲ ਮੈਂ ਤੈਨੂੰ ਕਹਿਣੀ ਸੀ,
ਕੁਹਾੜੇ ਦਾ ਜ਼ਖਮ ਤਾਂ ਮਿਟ ਗਿਆ, ਪਰ ਜਿਹੜਾ ਤੇਰੀ ਘਰ ਵਾਲੀ ਨੇ ਮੈਨੂੰ ਕੁੱਤਾ ਬਿੱਲਾ ਕਿਹਾ ਉਹ ਨਹੀਂ ਮੁੜਿਆ ਜੇ। ਫਿੱਕਾ ਬੋਲ ਅਜੇ ਵੀ ਚੁਭਦਾ ਹੈ। ਮਕਾਨ ਬਣਿਆ ਦ੍ਰੋਪਦੀ ਦੇ ਘਰ, ਕਿਉਂਕਿ ਇਹਨਾਂ ਮਕਾਨ ਬਣਾਇਆ ਤੇ ਆਪਣੇ ਪਤਿਓਰੇ ਦੇ ਪੁੱਤਾਂ ਨੂੰ ਬੁਲਾਇਆ। ਦੁਰਯੋਧਨ ਦਾ ਪੈਰ ਤਿਲਕ ਗਿਆ ਤੇ ਕਹਿਣ ਲੱਗੀ ਅੰਨੇ ਦਾ ਅੰਨਾ ਹੀ ਰਿਹਾ ਨਾ। ਉਹਦੇ ਕੰਨਾਂ 'ਚ ਆਵਾਜ਼ ਪਈ, ਕਹਿਣ ਲੱਗਾ ਭਾਬੀ ਹਾਂ ਤਾਂ ਅੰਨੇ ਦਾ ਨਾ, ਕਿਤੇ ਮੌਕਾ ਮਿਲਿਆ ਸਜਾਕਾ ਬਣ ਕੇ ਦੱਸਾਂਗਾ। ਮੌਕਾ ਮਿਲਿਆ ਤੇ ਜੂਆ ਖੇਡੇ, ਪੰਜੇ ਦੇ ਪੰਜੇ ਇੱਕ ਔਰਤ ਨੂੰ ਚੀਜ਼ ਸਮਝ ਕੇ ਹਰ ਗਏ। ਔਰਤ ਨੂੰ ਚੀਜ਼ ਸਮਝ ਕੇ, ਇਹ ਗੁਰੂ ਨਾਨਕ ਹੈ ਜਿਹਨੇ ਆਖਿਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ। ਉਹਨਾਂ ਨੇ ਔਰਤ ਨੂੰ ਚੀਜ਼ ਸਮਝ ਕੇ ਦਾਅ ਤੇ ਲਾ ਦਿੱਤਾ। ਸ਼ਰੀਕ ਨੂੰ ਉਹ ਗੱਲ ਚੇਤੇ ਆਈ, ਆਪਣੇ ਛੋਟੇ ਭਰਾ ਦੁਸ਼ਾਸਨ ਨੂੰ ਕਹਿਣ ਲੱਗਾ ਵੀ ਦ੍ਰੋਪਦੀ ਨੂੰ ਵਾਲਾਂ ਤੋਂ ਧੂ ਕੇ ਲਿਆ ਇੱਥੇ। ਭਾਈ ਗੁਰਦਾਸ ਲਿਖਦੇ ਨੇ ਵਾਰਾਂ ਵਿੱਚ, ਅੰਦਰ ਸਭਾ ਦੁਸ਼ਾਸਨ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡੋ ਝੂਰਦੇ। ਇਹ ਭਾਈ ਅਦਲੀ ਬਾਬਾ ਬਿਧੀ ਚੰਦ ਨੂੰ ਸਾਖੀ ਸੁਣਾ ਰਿਹਾ, ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ। ਪੰਜੇ ਪਾਂਡੋ ਝੂਰਦੇ, ਔਖਦ ਰੁੱਧੀ ਨਾਰ ਜਿਨ੍ਹਾਂ ਦੀ। ਤੇ ਫਿਰ ਕੀ ਹੋਇਆ? ਹੱਥ ਮਰੋੜਨ, ਸਿਰ ਧੁੰਨ, ਪਛੋਤਾਨ ਕਰਨ ਬਾਹਰ ਜਾਂਦੀ, ਅੱਖਾਂ ਮੀੜ ਧਿਆਨ ਧਰ, ਹਾਹਾ ਕ੍ਰਿਸ਼ਨ ਕਰੇ ਬਿਲਾਂਦੀ। ਕੱਪੜ ਕੋਟ ਅਸਾਰਨ ਥੱਕੇ ਦੂਤ, ਨਾ ਪਾਰ ਵਸਾਂਦੀ, ਨਾਥ ਅਨਾਥਾਂ ਬਾਣ ਧੁਰਾਂ ਦੀ। ਇਹਦਾ ਮਤਲਬ ਅੱਖਾਂ ਮੀੜ ਕਰਕੇ ਦ੍ਰੋਪਦੀ ਨੇ ਕੇਵਲ ਤੇ ਕੇਵਲ ਭਗਵਾਨ ਦਾ ਧਿਆਨ ਕੀਤਾ। ਕੱਪੜੇ ਲਾਉਣ ਵਾਲੇ ਥੱਕ ਗਏ, ਪਰ ਕੱਪੜੇ ਦੇਣ ਵਾਲਾ ਨਾ ਥੱਕਿਆ। ਬਿਧੀ ਚੰਦਾ ਵਾਹਿਗੁਰੂ ਨੂੰ ਚੇਤੇ ਕਰਾਂਗਾ ਤੇਰੀ ਪਤ ਰੱਖੇਗਾ। ਇਹ ਮੈਂ ਜਿਹੜੀ ਕਥਾ ਤੁਹਾਨੂੰ ਸੁਣਾ ਰਿਹਾ ਨਾ, ਇਹ ਨਨਕਾਣਾ ਸਾਹਿਬ ਦੇ ਗਿਆਨੀ ਰਣਜੀਤ ਸਿੰਘ ਪਾਰਸ ਕੋਲੋਂ, ਜਿਹੜੇ ਸ਼ਾਹਬਾਦ ਰਹਿੰਦੇ ਸਨ, ਮੈਂ ਉਹਨਾਂ ਕੋਲੋਂ 1972 ਦੇ ਵਿੱਚ ਪੜ੍ਹੀ ਜੇ। 50 ਸਾਲ ਹੋ ਗਏ ਨੇ ਇਹ ਕਥਾ ਪੜ੍ਹੀ ਨੂੰ, ਗਿਆਨੀ ਰਣਜੀਤ ਸਿੰਘ ਪਾਰਸ ਕੋਲ, ਜੋ ਪ੍ਰਸੰਗ ਸੁਣਾ ਰਿਹਾ ਤੁਹਾਨੂੰ। ਫਿਰ ਕੀ ਹੋਇਆ? ਜਦੋਂ ਉਹ ਚਲੇ ਬੰਦੇ ਆਏ ਤੇ ਕਹਿਣ ਲੱਗੇ ਬਾਬਾ ਮੈਂ ਤਾਂ ਸੁਣਿਆ ਸੀ ਵੀ ਤੂੰ ਬੜਾ ਗੁਰਮੁਖ ਹੈ ਤੇ ਤੂੰ ਇਹ ਵੀ ਕੰਮ ਕਰਨ ਲੱਗਿਆ ਵੀ ਚੋਰ ਪਾੜੀ ਜਾਣਾ, ਉਹਨਾਂ ਤੋਂ ਪਤੀ ਲੈਣਾ। ਜਿਵੇਂ ਅੱਜ ਕੱਲ੍ਹ ਪਤੀ ਦਾ ਕੰਮ ਹੈ ਨਾ, ਵੀ ਖਿਚਲ ਤੁਸੀਂ ਕਰੋ ਤੇ ਹਿੱਸਾ ਮੈਨੂੰ। ਪਤੀ ਬੜੀ ਚੱਲਦੀ ਅੱਜ ਕੱਲ੍ਹ। ਬਾਬਾ ਅਦਲੀ ਨੂੰ ਕਹਿਣ ਲੱਗੇ ਵੀ ਕੰਮ ਕਰਦਾ। ਕਹਿਣ ਲੱਗੇ ਭਲਿਓ ਪੁਰਸ਼ੋ ਕਿਉਂ ਕਾਹਲੇ ਪੈਂਦੇ ਹੋ, ਕਮ ਸੋ ਕਮ ਡੰਗਰ ਤਾਂ ਪਛਾਣੋ ਵੀ ਤੁਹਾਡੇ ਐਨ ਕਰਾਮਾਤ। ਕਹਿਣ ਜਦੋਂ ਆਣ ਕੇ ਵੇਖਿਆ ਜਿਹੜੀਆਂ ਬੂਰੀਆਂ ਸਨ, ਉਹ ਢੇੜੀਆਂ ਬੂਰੀਆਂ, ਕੋਈ ਕਾਲੀ ਕੋਈ ਲੰਡੀ। ਤੇ ਜੇ ਕਿਤੇ ਅੱਜ ਕੱਲ੍ਹ ਦਾ ਜ਼ਮਾਨਾ ਹੁੰਦਾ ਨਾ, ਉਹਨਾਂ ਕਹਿਣਾ ਸੀ ਬਾਬਾ ਜੀ ਸੌਰੀ। ਉਦੋਂ ਅੰਗਰੇਜ਼ੀ ਨਹੀਂ ਸੀ ਹੁੰਦੀ। ਉਹ ਕਹਿੰਦੇ ਬਾਬਾ ਜੀ ਭੁੱਲ ਗਏ, ਭੁਲੇਖਾ ਪੈ ਗਿਆ, ਮਾਫੀ ਦਿਆ ਜੇ। ਜਦੋਂ ਚਲੇ ਗਏ ਨਾ ਤੇ ਬਾਬਾ ਬਿਧੀ ਚੰਦ ਕਹਿਣ ਲੱਗਾ ਬਾਬਾ ਸੌਦਾ ਨਾ ਮਾਰ ਲਈਏ। ਕਹਿੰਦਾ ਕਾਹਦਾ? ਕਹਿਣ ਲੱਗਾ ਤੇਰੀ ਮਾਲਾ 'ਚ ਬੜੀ ਕਰਾਮਾਤ ਹੈ। ਕਿੰਨੇ ਦੀ ਦੇਣੀ ਹੂੰ? ਕਹਿਣ ਲੱਗਾ ਕਰਾਮਾਤ ਮਾਲਾ ਵਿੱਚ ਨਹੀਂ, ਜਿਹਦਾ ਮਾਲਾ ਫੇਰਦਿਆਂ ਨਾਂ ਲੈਂਦਾ ਸੀ ਕਰਾਮਾਤ ਉਹਦੇ 'ਚ ਹੀ। ਬਿਧੀ ਚੰਦਾ ਗੱਲਾਂ ਫੇਰ ਕਰਾਂਗੇ, ਪਹਿਲਾਂ ਡੰਗਰ ਮੋੜਿਆ। ਕਹਿਣ ਲੱਗਾ ਬਾਬਾ ਕਿਉਂ ਭੋਲੀਆਂ ਗੱਲਾਂ ਕਰਦਾ, ਡੰਗਰ ਤਾਂ ਉਹਨਾਂ ਦੇ ਹੈ ਨਹੀਂ, ਤੈਨੂੰ ਕਹਿ ਗਏ ਨੇ ਵੀ ਉਹ ਡੰਗਰ ਹੈ ਨਹੀਂ, ਤੇ ਫਿਰ ਆਪਣੇ ਬਣ ਗਏ ਨਾ, ਰੱਖ ਲਈਏ। ਬਾਬਾ ਅਦਲੀ ਕਹਿਣ ਲੱਗਾ ਆਪਣੇ ਗੁਰੂ ਦੀ ਆਗਿਆ, ਹੱਕ ਪਰਾਇਆ ਨਾਨਕਾ, ਉਹ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਸਿੱਖ ਵਾਸਤੇ ਪਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਤੁੱਲ, ਮੁਸਲਮਾਨ ਵਾਸਤੇ ਪਰਾਇਆ ਹੱਕ ਖਾਣਾ ਸੂਰ ਖਾਣ ਦੇ ਤੁੱਲ, ਤੇ ਹਿੰਦੂ ਵਾਸਤੇ ਪਰਾਇਆ ਹੱਕ ਖਾਣਾ ਗਊ ਖਾਣ ਦੇ ਤੁੱਲ। ਆਪਾਂ ਇਹ ਨਹੀਂ ਕੰਮ ਕਰਨਾ। ਬਾਬਾ ਬਿਧੀ ਚੰਦ ਉਹਨਾਂ ਦੀ ਜਿਹੜੀ ਜੂਹ ਸੀ ਉੱਥੇ ਡੰਗਰ ਛੱਡ ਆਏ ਤੇ ਬਾਬੇ ਬਿਧੀ ਚੰਦ ਨੇ ਆਖਿਆ ਤੂੰ ਮੈਨੂੰ ਗੁਰੂ ਬਣਾ ਲਾ, ਸਦਕੇ ਜਾਵਾਂ ਸਿੱਖ ਦੇ। ਕਹਿਣ ਲੱਗਾ ਮੈਂ ਤੇ ਆਪ ਨਹੀਂ ਬਣਿਆ, ਮੈਂ ਤੈਨੂੰ ਕਿਵੇਂ ਬਣਾ ਲਾਂ?
ਦਸਮ ਪਾਤਸ਼ਾਹ ਮਹਾਰਾਜ ਨੇ ਜਿਹੜੇ ਅੱਜ ਕੱਲ੍ਹ ਆਪਣਾ ਜਾਪ ਪਾਉਂਦੇ ਤੇ ਨਾਮ ਦਿੰਦੇ ਨੇ ਨਾ, ਇਹਨਾਂ ਦੇ ਬਾਰੇ ਲਿਖਿਆ ਵੀ ਸਿੱਖੋ ਇਹੋ ਜਿਹੇ ਹੋਣਗੇ। ਦਸਮ ਦੀਆਂ ਪੰਕਤੀਆਂ ਨੇ, ਮੇਰੋ ਹੀ ਧਿਆਨ ਧਰੋ ਨਿਸਬਾਸਰ ਔਰ ਕੋ ਭੂਲ ਕੇ ਨਾਮ ਨਾ ਲੀਜੇ। ਇਹ ਦਸਮ ਗ੍ਰੰਥ ਦੀਆਂ ਪੰਕਤੀਆਂ ਨੇ। ਇਹੋ ਜਿਹੇ ਗੁਰੂ ਹੋਣਗੇ ਜਿਹੜੇ ਕਹਿਣਗੇ ਮੇਰਾ ਧਿਆਨ ਕਰੋ ਤੇ ਦੂਜੇ ਦਾ ਨਾਂ ਨਾ ਲਓ। ਭਾਈ ਅਦਲੀ ਕਹਿਣ ਲੱਗਾ, ਮੈਂ ਤਾਂ ਜੀ ਆਪ ਸਿੱਖ ਨਹੀਂ ਬਣਿਆ, ਤੈਨੂੰ ਕਿਵੇਂ ਬਣਾ ਲਾਂ? ਇਤਿਹਾਸ ਕਹਿੰਦਾ ਵੀ ਬਾਬੇ ਬਿਧੀ ਚੰਦ ਨੂੰ ਭਾਈ ਅਦਲੀ ਜੀ ਤਰਨ ਤਾਰਨ ਸਾਹਿਬ ਲੈ ਗਏ। ਜਿਹੜੀ ਮੈਂ ਗੱਲ ਅਗਲੀ ਕਰਨ ਲੱਗਾ, ਇਹ ਸਰ ਜਾਦੂ ਨਾਥ ਸਰਕਾਰ ਇੱਕ ਹਿਸਟੋਰੀਅਨ ਹੋਇਆ ਹੈ, ਅੰਗਰੇਜ਼ੀ 'ਚ ਲਿਖਿਆ ਉਹਨੇ ਲਿਖਿਆ ਵੀ ਗੁਰੂ ਅਰਜਨ ਦੇਵ ਨੇ ਤਰਨ ਤਾਰਨ ਚੋਰਾਂ ਦਾ ਅੱਡਾ ਕਾਇਮ ਕੀਤਾ। ਕਈ ਗੱਲਾਂ ਬੜੀਆਂ ਉਪਰੀਆਂ ਕਈਆਂ ਨੇ ਮੈਂ ਨਾਲ ਗ੍ਰੰਥਾਂ ਦਾ ਤਾਂ ਨਾਂ ਲਈ ਜਾਣਾ, ਤੁਸੀਂ ਕਹਿਣਾ ਵੀ ਗਿਆਨੀ ਝੂਠ ਕਹਿਣ ਗਿਆ, ਮੈਂ ਨਾਲ ਗ੍ਰੰਥਾਂ ਦਾ ਤਾਂ ਲੈ ਵੀ ਉੱਥੋਂ ਪੜ੍ਹ ਲੈਣਾ। ਮੈਂ 13ਵੀਂ ਜਮਾਤ ਵਿੱਚ ਸਰ ਜਾਦੂ ਨਾਥ ਸਰਕਾਰ ਦੇ ਬਾਰੇ ਪੜ੍ਹਿਆ। ਉਹਨੇ ਕਿਹਾ ਵੀ ਗੁਰੂ ਅਰਜਨ ਦੇਵ ਨੇ ਤਰਨ ਤਾਰਨ ਚੋਰਾਂ ਦਾ ਅੱਡਾ ਕਾਇਮ ਕੀਤਾ। ਤੁਸੀਂ ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ ਕਿਤੇ ਵੇਰਵਾ ਪੜ੍ਹੋ ਨਾ, ਤੇ ਗੁਰੂ ਪੰਚਮ ਪਾਤਸ਼ਾਹ ਦੀ 5 ਐਲੀਗੇਸ਼ਨ ਲੱਗੇ ਨੇ, 5। ਇਹਦਾ ਕਾਰਨ ਕੀ ਹੈ? ਜਦੋਂ ਬਾਬਾ ਬਿਧੀ ਚੰਦ ਨੂੰ ਭਾਈ ਅਦਲੀ ਜੀ ਲੈ ਕੇ ਤਰਨ ਤਾਰਨ ਸਾਹਿਬ ਚਲੇ ਗਏ, ਉਹਨਾਂ ਜ਼ਮੀਨਦਾਰਾਂ ਨੂੰ ਪਤਾ ਲੱਗਾ ਵੀ ਚੋਰ ਦਾ ਵਾਕਿਆ ਭਾਈ ਅਦਲੀ ਉੱਥੇ ਲੈ ਗਿਆ, ਉਹ ਚੋਰ ਹੀ ਸੀ, ਮਗਰ ਚਲੇ ਗਏ। ਉਹਨਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਾਮਾ ਦਿੱਤਾ ਵੀ ਪਾਤਸ਼ਾਹ ਸਾਨੂੰ ਸ਼ੱਕ ਪਿਆ ਵੀ ਤੁਹਾਡੇ ਕੋਲ ਚੋਰ ਰਹਿੰਦਾ, ਤੇ ਕਹਿੰਦੇ ਗੁਰਮੁਖੋ ਗੁਰੂ ਨਾਨਕ ਦੀ ਸੰਗਤ ਵਿੱਚ ਚੋਰ ਦਾ ਕੀ ਕੰਮ? ਮੈਂ ਜਿਨ੍ਹਾਂ ਕੋਲ ਪੜ੍ਹਿਆ ਨਾ ਸੰਤ ਬਾਬਾ ਕਰਤਾਰ ਸਿੰਘ ਦਾ, ਕਿਉਂਕਿ ਮੇਰੇ ਉਸਤਾਦ ਸਨ, ਮੈਂ ਉਹਨਾਂ ਦਾ ਗੁਣ ਦੇ ਨਹੀਂ ਸਕਦਾ। ਆਪਣੀ ਮਾੜੀ ਚੀਜ਼ ਗਵਾ ਜਾਏ ਨਾ ਤੇ ਆਪਾਂ ਕਹਿੰਦੇ ਮੇਰੀ ਚੋਰ ਚੁੱਕ ਕੇ ਲੈ ਗਿਆ, ਆਪਾਂ ਆਮ ਕਰਕੇ ਨੇ ਜੀ ਮੇਰੀ ਜੁੱਤੀ ਗਵਾਚ ਗਈ। ਸੰਤ ਕਰਤਾਰ ਸਿੰਘ ਕਹਿੰਦੇ ਸਨ ਗੁਰਮੁਖੋ ਗੱਲ ਕਦੇ ਨਾ ਕਹੋ, ਇਹ ਗੁਰੂ ਕੀ ਸੰਗਤ ਹੈ ਤੇ ਇਹਦੇ ਚੋਰ ਦਾ ਐਲੀਗੇਸ਼ਨ ਨਾ ਲਾਓ। ਇਹ ਸਤ ਸੰਗਤ ਹੈ, ਸਤ ਸੰਗਤ ਕਦੇ ਚੋਰ ਨਹੀਂ ਹੁੰਦੀ। ਆਪਾਂ ਤਾਂ ਨਿੱਕੀ ਦੀ ਗੱਲ ਤੇ ਕਹਿੰਦੇ ਫਲਾਣ ਮੇਰੀ ਆਹ ਚੀਜ਼ ਚੋਰੀ ਹੋ ਗਈ, ਇੱਥੇ ਚੋਰ ਲਫ਼ਜ਼ ਕਹਿਣਾ ਇਹ ਗੁਰਮੁਖੋ ਬਿਲਕੁਲ ਮਨਮਤ ਹੈ। ਜਦੋਂ ਆਖਿਆ ਨਾ ਵੀ ਤੁਹਾਡੇ ਕੋਲ ਚੋਰ ਹੈ, ਤੇ ਗੁਰਦੇਵ ਕਹਿੰਦੇ ਗੁਰਮੁਖ ਦਾ ਗੁਰੂ ਨਾਨਕ ਦੀ ਸਤ ਸੰਗਤ ਇੱਥੇ ਚੋਰ ਦਾ ਕੰਮ। ਜੇ ਸ਼ੱਕ ਹੈ ਤੁਹਾਨੂੰ ਵੇਖ ਲਓ। ਤਿਆਰ ਹੋ ਗਏ। ਤੁਸੀਂ ਕਦੇ ਸ਼ਨਾਖਤ ਹੁੰਦੀ ਵੇਖੀ ਹੋਵੇਗੀ, ਜਿਨ੍ਹਾਂ ਨੇ ਸ਼ਨਾਖਤ ਕਰਨੀ ਹੁੰਦੀ ਉਹ ਬੰਦਿਆਂ ਦੇ ਕੋਲ 3 ਗੇੜੇ ਮਾਰਦੇ ਨੇ, ਚੌਥਾ ਗੇੜਾ ਮਾਰਨ ਦੀ ਆਗਿਆ ਨਹੀਂ। ਕਾਨੂੰਨ ਹੈ ਅੱਜ ਕੱਲ੍ਹ ਵੀ, ਸਰਕਾਰ ਦਾ ਕਾਨੂੰਨ ਹੈ ਸਾਡਾ ਕਨਸਟੀਟਿਊਸ਼ਨ, ਉਹਦੇ ਮੁਤਾਬਕ ਵੀ ਇੱਕ ਨਿਯਮ ਹੈ, ਜੇ ਕਿਸੇ ਨੂੰ ਪਛਾਣਨਾ ਤੇ 3 ਵੇਰਾਂ ਗੇੜਾ ਕਰ ਸਕਦੇ, ਚੌਥੀ ਵੇਰ ਦਾ ਗੇੜੇ ਦੀ ਆਗਿਆ ਨਹੀਂ। ਬਾਬਾ ਬਿਧੀ ਚੰਦ ਸੰਗਤ ਵਿੱਚ ਬੈਠਾ ਹੈ। ਜਦੋਂ ਬਾਬੇ ਬਿਧੀ ਚੰਦ ਕੋਲ ਆਉਂਦੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਪਿਆਰੋ ਤੁਹਾਡਾ ਕਿਤੇ ਚੋਰ ਆ ਤਾਂ ਨਹੀਂ? ਉਹੋ ਹੀ ਬੰਦਾ। ਜਦੋਂ 3 ਗੇੜੇ ਮਾਰੇ ਤੇ ਆਖਰਕਾਰ ਉਹ ਬੰਦਾ ਸ਼ਰਮਿੰਦਾ ਕਹਿਣ ਲੱਗਾ, ਪਾਤਸ਼ਾਹ ਜੀ ਅਸੀਂ ਆ ਹੀ ਗਏ ਹਾਂ ਤੇ ਸਾਨੂੰ ਇਹਨਾਂ ਸ਼ਰਮਿੰਦਿਆਂ ਨਾ ਕਰੋ, ਇਹ ਤਾਂ ਬ੍ਰਹਮ ਗਿਆਨੀ ਹੈ। ਜਦੋਂ ਚਲੇ ਗਏ ਨਾ ਤੇ ਬਾਬਾ ਬਿਧੀ ਚੰਦ ਨੇ ਆਪਣੇ ਸੁਭਾਅ ਦੇ ਮੁਤਾਬਕ ਬੇਨਤੀ ਕੀਤੀ, ਮਹਾਰਾਜ ਅੱਜ ਤਾਂ ਰੱਬ ਹੀ ਜਾਣਦਾ ਕੱਚੀਆਂ ਤਰੇੜੀਆਂ ਆਉਂਦੀਆਂ ਸਨ, ਨਾਲੇ ਮੈਂ ਚੋਰ ਤੇ ਨਾਲੇ ਤੁਹਾਡੀਆਂ ਉਂਗਲਾਂ ਮੇਰੇ ਵੱਲ, ਤੇ ਤੁਸੀਂ ਕਹਿੰਦੇ ਚੋਰ ਆ ਤਾਂ ਨਹੀਂ। ਕੋਲੋਂ ਭਾਈ ਗੁਰਦਾਸ ਹੱਸ ਕੇ ਕਹਿਣ ਲੱਗਾ, ਗੁੱਸਾ ਨਾ ਕਰੀ ਬਿਧੀ ਚੰਦਾ, ਤੂੰ ਦਲੇਰ ਬੜਾ, ਸਾਡਾ ਭਰਾ ਹੈ। ਇਹਨਾਂ ਨੇ ਆਖਿਆ ਸੀ ਕਿਤੇ ਚੋਰ ਤਾਂ ਨਹੀਂ, ਤੇ ਉਹਨਾਂ ਕੀ ਆਖਿਆ ਸੀ ਕਿ ਬ੍ਰਹਮ ਗਿਆਨੀ। ਤੇਡੀ ਛੇਤੀ ਬ੍ਰਹਮ ਗਿਆਨੀ ਬਣ ਗਿਆ ਵੀ ਚੋਲੇ ਤੋਂ ਇੱਥੇ ਆਉਂਦਿਆਂ ਦਾ ਬ੍ਰਹਮ ਗਿਆਨੀ। ਬਾਬਾ ਬਿਧੀ ਚੰਦ ਸੰਭਰ ਗਏ, ਕਹਿਣ ਲੱਗੇ ਬਿਧੀ ਚੰਦਾ ਇਹ ਗੁਰੂ ਅਰਜਨ ਦੇਵ ਦੇ ਹੱਥ ਦੀ ਤਾਕਤ ਹੈ। ਤੇ ਨਾਲ ਉਹਨਾਂ ਨੇ ਸਾਨੂੰ ਇਹਦਾ ਸਬਕ ਪੜ੍ਹਾਇਆ ਸੀ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੂਈ ਮਹੱਲਾ 5ਵਾਂ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਜੋ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਤ ਮਾਤਾ, ਮਰਨਾ ਚੀਤ ਨਾ ਆਵੇ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, तेरे सेवक को भौ किस नाही, जमनी आरे आवे नेरे, नाम धैन सुख फल पैन, 8 पैर आराधे, तेरी संगत तेरे प्रवासे, 5 दुष्ट लै साधे, ज्ञान ध्यान किस कर्म न जाना, सार न जाना तेरी, सब ते वड्डा सतगुरु नानक जिन कर रखी मेरी। जदों सतगुरु पातशाह महाराज ने रहमतां कीतियां ना ते अपने अपने हुंदे ने। इतिहास के पन्नियां के मुताबिक बाबा बिधी चंद ने बेनती की, पातशाह
ਜਿਵੇਂ ਮੇਰੇ ਤੇ ਮਿਹਰ ਕੀਤੀ ਨਾ, ਮੇਰੇ ਨਾਨਕਿਆਂ ਦੇ ਨਗਰਾਂ ਤੇ ਕਿਰਪਾ ਕਰਦੇ। ਇਹ ਇਤਿਹਾਸ ਨੂੰ ਸੁਣਾ ਰਿਹਾ, ਕੋਣ ਟੋੜਕਾ ਨਹੀਂ ਗੰਢਿਆ, ਸਾਨੂੰ ਟਕਸਾਲ ਵਿੱਚ ਇਤਿਹਾਸ ਪੜ੍ਹਾਇਆ ਗਿਆ। ਔਰ ਗੁਰੂ ਮਹਾਰਾਜ ਨੂੰ ਬੇਨਤੀ ਕਰਨ ਤੇ ਜਿਹੜਾ ਖਾਨ ਛਾਬੜੀ ਗੁਰਦੁਆਰਾ ਨਾ, ਜਿੱਥੇ ਭਾਈ ਹਿੰਮਾ ਹੋਇਆ ਹੈ, ਸਤਿਗੁਰੂ ਪਾਤਸ਼ਾਹ ਤਰਨ ਤਾਰਨ ਸਾਹਿਬ ਤੋਂ ਪਹਿਲਾਂ, ਸਾਰਿਆਂ ਤੋਂ ਪਹਿਲਾਂ ਭਾਈ ਹਿੰਮੇ ਕੋਲ ਆਏ ਨੇ। ਅਕੋਰਡਿੰਗ ਟੂ ਇਤਿਹਾਸ, ਜਿਹੜਾ ਗੁਰੂ ਨਾਨਕ ਹੈ ਨਾ, ਇਹ ਗਰੀਬਾਂ ਦਾ ਯਾਰ ਹੈ। ਅਸੀਂ ਪੜ੍ਹਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਰ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਜਿੱਥੇ ਨੀਵੇਂ ਨੇ ਨਾ, ਉੱਥੇ ਤੇਰੀਆਂ ਰਹਿਮਤਾਂ ਨੇ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਭਾਈ ਹਿੰਮੇ ਦਾ ਇੱਕ ਛੱਪਰ ਹੈ, ਉਹਨੇ ਚੱਕੀ ਰੱਖੀ ਸੀ। ਜਿਹੜੇ ਆਪਾਂ ਸਿੱਟੇ ਚੁਣਦੇ ਆ ਨਾ, ਜਦੋਂ ਕਣਕ ਝੜ ਜਾਂਦੀ ਹੈ, ਉਹ ਸਿੱਟੇ ਚੁਣ ਕੇ ਤੇ ਇਕੱਠੇ ਕਰੀ ਜਾਂਦਾ ਸੀ, ਤੇ ਜਿੰਨੀ ਕੁ ਲੋੜ ਪੈਣੀ ਉਸ ਮਾਈ ਦੇ ਲਾਲ ਨੇ ਸਿੱਟੇ ਕੁੱਟ ਕੇ ਦਾਣੇ ਕੱਢ ਕੇ ਚੱਕੀ ਤੇ ਪੀਸ ਕੇ ਤੇ ਰੋਟੀ ਖਾਣੀ। ਇਤਿਹਾਸ ਮੁਤਾਬਕ ਗੁਰੂ ਪੰਚਮ ਪਾਤਸ਼ਾਹ ਦੇ ਛੱਪਰ 'ਚ ਗਏ, ਕਹਿਣ ਲੱਗਾ ਮਹਾਰਾਜ ਹੋਰ ਤਾਂ ਸਭ ਕੁਝ ਹੈ, ਪਰ ਪਾਣੀ ਹੈ ਨਹੀਂ। ਜਿਹੜਾ ਖਾਨ ਛਾਬੜੀ ਪਿੰਡ ਹੈ ਨਾ, ਕਹਿਣ ਲੱਗੇ ਉੱਥੋਂ ਲੈ ਆ। ਜਦੋਂ ਉਹ ਲੈਣ ਗਏ ਨਾ, ਤੇ ਜਿਵੇਂ ਅੱਜ ਕੱਲ੍ਹ ਗਾਉਣ ਵਜਾਉਣ ਦਾ ਜ਼ਮਾਨਾ, ਉੱਥੇ ਉਹਨਾਂ ਵੇਸਵਾ ਲਾਈ ਸੀ, ਸ਼ਰਾਬ ਪੀਤੀ, ਨਸ਼ਾ ਪੀਤਾ ਸੀ। ਕਹਿਣ ਲੱਗੇ ਜੇ ਤੁਹਾਡਾ ਗੁਰੂ ਇਹਨਾਂ ਨੂੰ ਸਮਰੱਥ ਤੈਨੂੰ ਪਾਣੀ ਨਹੀਂ ਦੇ ਸਕਦਾ। ਭਾਈ ਹਿੰਮਾ ਆਇਆ, ਉਹਦਾ ਰੋਣ ਨਿਕਲ ਗਿਆ। ਕਹਿਣ ਲੱਗਾ ਪਾਤਸ਼ਾਹ ਮੈਨੂੰ ਆਪਣਾ ਕੁਝ ਦੁੱਖ ਨਹੀਂ, ਪਰ ਜਿਹੜਾ ਉਹਨੂੰ ਤੁਹਾਡੀ ਸ਼ਾਨ ਵਿੱਚ ਉਲਟ ਬੋਲਿਆ, ਮੈਥੋਂ ਜਰਿਆ ਨਹੀਂ ਜੇ ਗਿਆ। ਔਰ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਦੇ ਛੱਪਰ 'ਚ ਬੈਠ ਕੇ 3 ਸ਼ਬਦ ਉਚਾਰੇ, ਭਲੀ ਸੁਹਾਵੀ ਛਾਪਰੀ ਜਾਮੈ ਹਰ ਗੁਣ ਗਾਏ, ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਸਰਾਏ। ਭਲੀ ਸੁਹਾਵੀ ਛਾਪਰੀ ਜਾਮੈ ਹਰ ਗੁਣ ਗਾਏ, ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਸਰਾਏ। ਇਹ 3 ਸ਼ਬਦ ਗੁਰੂ ਮਹਾਰਾਜ ਨੇ ਬਸਤਾ ਟੂਟੀ ਝੁੰਪੜੀ ਚੀਰ ਸਭ ਛੁੰਨਾ, ਜਾਤ ਨਾ ਪਤ ਨਾ ਆਦਰੂ ਉਦਿਆਨ ਪਰ ਮਹੀਨਾ, ਰਾਜਾ ਸਗਲੀ ਸਿਟਕਾ ਹਰ ਨਾਮ ਮਨ ਭਿੰਨਾ। ਇਹ ਸ਼ਬਦ ਉਚਾਰੇ ਔਰ ਉਹਨੂੰ ਕਰਤਾਰਥ ਕੀਤਾ, ਤੇ ਨਾਲ ਬਾਣ ਦੀ ਇੱਟ ਪਾਸੇ ਕਰਕੇ ਆਖਿਆ ਗੁਰਮੁਖਾ ਪਾਣੀ ਕੱਢ ਲਾ। ਔਰ ਇਸ ਪਾਣੀ ਦੇ ਨਾਲ ਜਿਹੜੀ ਬੀਬੀ ਨੂੰ ਠਾ ਦਾ ਰੋਗ ਹੋਵੇਗਾ ਨਾ, ਉਹ ਇਸ਼ਨਾਨ ਕਰੇਗੀ ਤੇ ਉਹਦਾ ਰੋਗ ਦੂਰ ਹੋ ਜਾਏਗਾ। ਉਸ ਥਾਂ ਨੂੰ ਵਰ ਦਿੱਤਾ। ਉਹਦੇ ਤੋਂ ਉਪਰੰਤ ਮੈਂ ਕਰਮੂ ਵਾਲੇ ਸਾਹਿਬ ਨੂੰ ਬੇਨਤੀ ਕਰਾਂ, ਤੇ ਬਾਕੀ ਜਿੰਨੇ ਪ੍ਰਬੰਧਕ ਮੇਰੀ ਧਿਆਨ ਸੁਣ ਕੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਨਾ, ਉਹ ਇਹ ਹੈ, ਇਸ ਥਾਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ 9 ਦਿਨ ਰਹੇ ਨੇ। ਤੁਸੀਂ ਇੱਥੇ ਬੋਰਡ ਨਹੀਂ ਲਾਇਆ, ਤੇ ਜੇ ਤੁਸੀਂ ਕਹੋ ਮੈਂ ਤੁਹਾਨੂੰ ਲਿਖ ਕੇ ਦੱਸਾਂਗਾ ਕਿੱਥੇ ਲਿਖਿਆ, ਤੁਸੀਂ ਪੰਜਵੇਂ ਪਾਤਸ਼ਾਹ ਦਾ ਮਤਲਬ ਇਹ ਨਹੀਂ ਕਿ ਮੈਂ ਪੰਜਵੇਂ ਪਾਤਸ਼ਾਹ ਦੇ ਬੋਰਡ ਢਾਉਣ ਲਈ ਆਇਆ, ਬਿਲਕੁਲ ਨਹੀਂ। ਪੰਜਵੇਂ ਪਾਤਸ਼ਾਹ ਵੀ ਆਏ, ਤੇ ਇੱਥੇ ਇਹ ਵੀ ਬੋਰਡ ਲਾਓ ਵੀ ਇਸ ਥਾਂ ਤੇ ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਪਾਤਸ਼ਾਹ 9 ਦਿਨ ਰਹੇ। ਮੇਰੇ ਪਿੰਡ ਤੇ ਲਾਗੇ ਖੇਮਕਰਨ ਪਿੰਡ ਹੈ, ਉਥੋਂ ਦਾ ਰਗਪਤ ਰਾਏ ਨਿੱਜਰ ਗੋਤ ਕਮੋਦ ਸਿੱਖ ਗੁਰੂ ਪਾਤਸ਼ਾਹ ਨੂੰ ਇੱਥੋਂ ਲੈ ਕੇ ਗਿਆ, ਤੇ ਗੁਰੂ ਪਾਤਸ਼ਾਹ 9 ਦਿਨ ਮੁੜ ਕੇ ਖੇਮਕਰਨ ਰਹੇ, ਜੋ ਇਤਿਹਾਸ ਵਿੱਚ ਲਿਖਿਆ ਹੈ। ਇਸ ਕਰਕੇ ਮੈਂ ਇਹ ਤਾਂ ਬੇਨਤੀ ਕੀਤੀ, ਮੈਂ ਭੁੱਲ ਨਾ ਜਾਵਾਂ। ਇੱਥੇ ਜਿਹੜਾ ਬੋਰਡ ਲਾਇਆ ਨਾ, ਉੱਥੇ ਇਹ ਵੀ ਲਿਖੋ ਵੀ ਇਸ ਥਾਂ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ 9 ਦਿਨ ਰਹੇ, ਔਰ ਇੱਥੋਂ ਖੇਮ ਕਰਨ ਦਾ ਭਾਈ ਰਗਪਤ ਰਾਏ ਨਿੱਜਰ ਗੋਤ ਹੈ, ਉਹ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਕੇ ਖੇਮ ਕਰਨ ਲੈ ਕੇ ਗਿਆ। ਰੋਹ ਵਿਚਾਰ ਜਿਹੜਾ ਗੁਰੂ ਘਰ ਹੈ ਨਾ, ਇਹਦੇ 'ਚ ਵਿਸ਼ੇਸ਼ ਵਾਧਾ ਇਹ ਹੈ, ਇੱਥੇ ਔਰਤ ਦਾ ਬਰਾਬਰ ਸਨਮਾਨ ਹੈ, ਬਾਕੀ ਕਿਸੇ ਧਰਮ ਵਿੱਚ ਨਹੀਂ। ਜੇ ਮੈਂ ਲਵਾਂਗਾ ਨਾ, ਤੇ ਆਪਾਂ ਇਸ ਵਕਤ ਕੀ ਲੈਣਾ, ਠੱਠੇ ਖੂਜ ਪੈਣ, ਆਪਾਂ ਆਪਣੀ ਗੱਲ ਕਰੀਏ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਹੋਇਆ, ਤੁਰਸਾਂ ਦਾਈ ਨੇ ਦਰਸ਼ਨ ਕੀਤੇ, ਤੇ ਬਾਬਾ ਕਲਿਆਣ ਰਾਏ ਮਾਇਆ ਦੇਣ ਲੱਗਾ। ਇਹੋ ਜਿਹਾ ਸੰਤੋਖ ਦਿੱਤਾ, ਦੌਲਤਾਂ ਦਾਈ ਕਹਿਣ ਲੱਗੀ ਮਹਿਤਾ ਰਹਿਣ ਦੇ, ਤੇਰੇ ਪੁੱਤ ਨੂੰ ਵੇਖ ਕੇ ਮੇਰੀਆਂ ਭੁੱਖਾਂ ਲੈ ਗਈਆਂ। ਉਹਨਾਂ ਦੇ ਘਰ ਦੀ ਸੇਵਾਦਾਰ ਨਹੀਂ ਸੀ ਬੀਬੀ ਤੁਰਸਾਂ ਲੌਂਡੀ ਕਰਕੇ ਲਿਖਿਆ, ਲੌਂਡੀ ਲਫ਼ਜ਼ ਬੜਾ ਉਪਰਾ ਜਿਹਾ ਲੱਗਦਾ, ਫੱਬਦਾ ਨਹੀਂ, ਪਰ ਉੱਥੇ ਲਿਖਿਆ। ਮਾਤਾ ਤ੍ਰਿਪਤਾ ਨੇ ਰੋਟੀ ਪਕਾਈ ਤੇ ਕਹਿਣ ਲੱਗੀ ਨਹੀਂ ਕੁੜੇ ਨਾਨਕ ਨੂੰ ਠਾ, ਮੇਰਾ ਪੁੱਤ ਗਰਮ ਗਰਮ ਫੁਲਕਾ ਖਾ ਲੇ। ਸਤਿਗੁਰੂ ਪਾਤਸ਼ਾਹ ਚਾਦਰਾ ਉੜ ਕੇ ਲੰਮੇ ਪਏ ਨੇ, ਪੈਰ ਦਾ ਅੰਗੂਠਾ ਨੰਗਾ ਹੈ, ਉਹਦੇ ਕਰਮ ਜਾਗੇ।
ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਅੰਗੂਠੇ 'ਚ ਮੂੰਹ 'ਚ ਪਾ ਲਿਆ ਤੇ ਕਹਿਣ ਲੱਗੀ, ਬੇਬੇ ਜੇ ਥੋੜਾ ਜਿਹਾ ਲੇਟ ਕਰ ਲਈਏ ਤੇ ਚੰਗਾ ਨਹੀਂ। ਕਹਿਣ ਲੱਗੀ, ਕਿਵੇਂ? ਤੇਰਾ ਪੁੱਤ ਕਿਸੇ ਦੇ ਜਹਾਜ਼ ਨੂੰ ਬੰਨੇ ਲਾ ਰਿਹਾ ਈ। ਮੈਂ ਇਹ ਅੱਖੀਂ ਵੇਖਿਆ। ਜਦੋਂ ਗੁਰੂ ਨਾਨਕ ਪਾਤਸ਼ਾਹ ਉੱਠੇ ਤੇ ਮਾਤਾ ਤ੍ਰਿਪਤਾ ਕਹਿਣ ਲੱਗੀ, ਪੁੱਤ ਹੁਣ ਤਾਂ ਨੌਕਰੀ ਮਖੌਲ ਕਰਨ ਲੱਗ ਪਏ ਨੇ। ਕਹਿੰਦੇ, ਮਾਂ ਇਹ ਮਸਤਾਨੀ ਹੈ। ਇਤਿਹਾਸ ਕਹਿੰਦਾ ਕਿ ਉਸ ਬੀਬੀ ਨੂੰ ਬ੍ਰਹਮ ਗਿਆਨ ਦਾ ਰੰਗ ਚੜ ਗਿਆ, ਨਸ਼ਾ ਕਦੇ ਨਾਮ ਦਾ ਉਤਰਿਆ ਹੀ ਨਹੀਂ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਮਹਿਲ ਮਾਤਾ ਖੀਵੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਡੋਰਾ ਦਿੱਤਾ, ਔਰ ਉਸ ਮਾਤਾ ਖੀਵੀ ਦਾ ਨਾਮ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ 2 ਵਾਰ ਆਉਂਦਾ ਹੈ। ਮਾਤਾ ਖੀਵੀ 100 ਸੋਏ ਜਿਨ ਗੋਏ ਅਠਾਲੀ, ਲੰਗਰ ਦੌਲਤ ਵੰਡਗੇ ਰਸ ਅੰਮ੍ਰਿਤ ਖੀਰ ਕੀ ਹਾਲੀ। ਇਸੇ ਨਿਯਮ ਦੇ ਤਹਿਤ ਇਸ ਥਾਂ ਤੇ ਇੱਕ ਮਾਤਾ ਸੁੱਖਾ ਹੈ। ਕਿਤੇ ਸੁਖੀ ਕਰਕੇ ਲਿਖਿਆ, ਕਿਤੇ ਸੁੱਖਾਂ ਕਰਕੇ ਲਿਖਿਆ। ਅੱਜ ਕੱਲ੍ਹ ਤਾਂ ਆਪਾਂ ਭਗਵਾਨ ਭਾਲਦੇ ਆ ਨਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਉਸ ਮਾਤਾ ਨੇ ਅੱਜ ਦੀ ਭਾਸ਼ਾ ਦੇ ਮੁਤਾਬਕ ਜਿਹਨੂੰ ਚੂਰੀ ਕਹਿੰਦੇ, ਉਹਨੇ ਚੂਰੀ ਕੁੱਟੀ। ਅੱਜ ਆਪਾਂ ਚੂਰੀ ਕਹਿੰਦੇ ਅੱਜ ਦੇ ਜ਼ਮਾਨੇ 'ਚ। ਹੁਣ ਤਾਂ ਬਹੁਤੇ ਚੂਰੀ ਖਾਂਦੇ ਨਹੀਂ, ਕਿਉਂਕਿ ਬਹੁਤਾਂ ਨੂੰ ਬਲੱਡ ਪ੍ਰੈਸ਼ਰ ਵੈਸੇ ਹੀ ਕੰਮ ਸੈੱਟ ਹੈ। ਮੈਨੂੰ ਡਾਕਟਰ ਨੇ ਆਖਿਆ ਕਿ ਉਹ ਖਾਵੀ ਨਾ, ਕੰਮ ਹੀ ਚੁੱਕਿਆ। ਪਰ ਸਾਡਾ ਮੁੱਖ ਖਾਣਾ ਚੂਰੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਉਸ ਮਾਤਾ ਨੇ ਚੂਰੀ ਭੇਟ ਕੀਤੀ। ਔਰ ਇਸ ਨਗਰ ਦਾ ਨਾਮ ਪਹਿਲਾਂ ਭੈਣੀ ਸੀ, ਚੋਲਾ ਨਹੀਂ ਸੀ। ਜਿਹੜਾ ਨਗਰ ਆਪਾਂ ਬੈਠੇ ਨਾ, ਇਸ ਨਗਰ ਦਾ ਨਾਮ ਭੈਣੀ ਨਗਰ ਸੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਜਦੋਂ ਉਹਨੇ ਚੂਰੀ ਭੇਟ ਕੀਤੀ ਨਾ, ਤੇ ਸਤਿਗੁਰੂ ਪਾਤਸ਼ਾਹ ਨੇ ਬਲਾਸ ਕਰਕੇ ਆਖਿਆ ਵੀ ਬੇਬੇ ਬਸ ਇਤਨਾ ਹੀ ਖਾ ਲਈਏ ਜਾਣ ਕੇ। ਕਹਿਣ ਲੱਗੀ, ਮਹਾਰਾਜ ਮੈਂ ਗੁਰਸਿੱਖਾਂ ਦੇ ਕੋਲੋਂ ਸੁਣਿਆ ਵੀ ਗੁਰੂ ਅਰਜਨ ਪ੍ਰਤਾਖਰ, ਵੀ ਤੂੰ ਰੱਬ ਹੈ, ਮੈਨੂੰ ਬਾਣੀ ਨਹੀਂ ਆਉਂਦੀ। ਮੈਂ ਤੇਰੇ ਗੁਰਸਿੱਖਾਂ ਦੇ ਕੋਲੋਂ ਸੁਣਿਆ ਵੀ ਗੁਰੂ ਅਰਜਨ ਪ੍ਰਤਾਖਰ, ਤੇ ਜੇ ਗੁਰੂ ਅਰਜਨ ਪ੍ਰਤਾਖਰ ਹੈ ਤੇ ਮੈਂ ਵੀ ਇਹਨਾਂ ਸਿਆਣੇ ਜਿਹੜੇ ਰੱਬ ਦੇ ਪਿਆਰੇ ਉਹਨਾਂ ਕੋਲ ਸੁਣਿਆ ਭੀਲਣੀ ਦੇ ਬੇਰ ਖਾਧੇ ਤ੍ਰੇਤੇ ਦੇ ਵਿੱਚ। ਖਾਧੇ ਨਾ, ਗੁਰਦੇਵ ਨਾਲੇ ਹੱਸੀ ਜਾਣ ਤੇ ਨਾਲੇ ਚੁੱਪ ਕਰ ਕੀਤੇ ਨੇ। ਜੇ ਤ੍ਰੇਤੇ 'ਚ ਬੇਰ ਖਾਧੇ, ਮੈਂ ਇਹ ਚੂਰੀ ਤਾਂ ਕੁੱਟੀ ਤੂੰ ਚਸਕੋਲੋ ਨਹੀਂ, ਤੂੰ ਸਵਾਦੂ ਨਹੀਂ। ਇੱਕ ਵੇਰਾ ਭਗਵਾਨ ਕ੍ਰਿਸ਼ਨ ਇਹਨਾਂ ਦਾ ਰਾਜੀਨਾਮਾ ਕਰਾਉਣ ਵਾਸਤੇ ਤੱਤਿਆਂ ਦਾ ਗਏ, ਜਿਹਨੂੰ ਕੌਰਵ ਪਾਂਡਵ ਕਹਿੰਦੇ ਨੇ। ਇਹ ਪੁਰਾਣੀ ਬੋਲੀ ਬੀਬੀਆਂ ਦੀ ਕਹਿਣ ਲੱਗੇ, ਤੱਤਿਆਂ ਉਂਤਰਿਆਂ ਦਾ ਰਾਜੀਨਾਮਾ ਕਰਾਉਣ ਲਈ ਗਏ। ਪੇਂਡੂ ਜੀ ਸੀ ਵਿਚਾਰੀ। ਉੱਥੇ ਦੁਰਯੋਧਨ ਨੇ ਪਾਸਾ ਵਟ ਲਿਆ ਤੇ ਭਗਵਾਨ ਕ੍ਰਿਸ਼ਨ ਬਿਦਰ ਦੇ ਘਰ ਚਲੇ ਗਏ। ਜਿਹੜੇ ਤਗੜੇ ਬੰਦੇ ਹੁੰਦੇ ਨਾ, ਉਹਨਾਂ ਨੂੰ ਗੱਲਾਂ ਬੜੀਆਂ, ਜਿਹਨੂੰ ਕਹਿੰਦੇ ਸਿਆਸੀ ਬੰਦੇ, ਪੋਲੀਟੀਕਲ, ਉਹ ਗੱਲਾਂ ਨਾਲ ਨਿਆਂ ਨਹੀਂ ਦਿੰਦੇ ਕਿਸੇ ਨੂੰ। ਹੁਣ ਭਗਵਾਨ ਨੂੰ ਕੌਣ ਭੁਲਾਵੇ? ਕ੍ਰਿਸ਼ਨ ਮਾਂ ਨੇ ਬਿਦਰ ਦੇ ਘਰ ਚਲੇ ਗਏ। ਬਾਣੀ 'ਚ ਲਿਖਿਆ ਹੈ, ਜੋ ਸਰਦਨ ਨਿਰਦਨ ਕੇ ਜਾਏ, ਦੀਆ ਆਦਰ ਲਿਆ ਬਿਠਾਏ। ਜੇ ਤਗੜਾ ਮਾੜੇ ਦੇ ਘਰ ਜਾਵੇ ਤੇ ਉਹ ਸਤਿਕਾਰ ਨਾਲ ਕਹਿੰਦਾ ਜੀ ਜੀ ਆਇਆਂ, ਧੰਨ ਪੱਗ ਮੇਰੀ ਚਰਨ ਪਾਏ ਨੇ। ਇਹ ਤਾਂ ਹੋ ਗਈ ਨਾ ਜੀ ਆਇਆਂ ਨੂੰ। ਤੇ ਦੂਜੇ ਪਾਸੇ ਜੋ ਨਿਰਦਨ ਸਰਦਨ ਕੇ ਜਾਏ, ਆਗੇ ਬੈਠਾ ਪੀੜ ਫਰਾਏ। ਕਹਿਣ ਲੱਗਾ ਮੈਂ ਤੈਨੂੰ ਵੇਖਿਆ ਹੀ। ਬਾਣੀ ਕਹਿੰਦੀ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਕਮੇਟੀ ਜਾਈ। ਭਗਵਾਨ ਕ੍ਰਿਸ਼ਨ ਬਿਦਨ ਦੇ ਘਰ ਚਲੇ ਗਏ। ਚਾਹ ਚੜ ਗਿਆ। ਜੋ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਵੀ ਕਹਿਣ ਲੱਗੇ ਵੀ ਰੋਟੀ ਪਾਣੀ ਤਾਂ ਦੇਰ ਪਹਿਲਾਂ ਕੇਲੇ ਖਵਾ ਦਈਏ। ਉੱਥੇ ਲਿਖਿਆ ਵੀ ਜਿਹੜੀ ਬਿਦਰ ਦੀ ਘਰ ਵਾਲੀ ਸੀ ਨਾ, ਉਹ ਕੇਲੇ ਸੁੱਟੀ ਜਾਂਦੀ ਤੇ ਛਿੱਲਾਂ ਕ੍ਰਿਸ਼ਨ ਮਹਾਰਾਜ ਦੇ ਮੂੰਹ 'ਚ। ਤੇ ਬਿਦਰ ਹੱਸ ਕੇ ਕਹਿਣ ਲੱਗਾ, ਭਰੀਏ ਭਗਵਾਨ ਨਾਲ ਮਖੌਲ। ਕਹਿਣ ਲੱਗੀ ਜੀ ਦਰਅਸਲ ਮੈਨੂੰ ਖੁਸ਼ੀ ਇੰਨੀ ਚੜ ਗਈ, ਮੈਨੂੰ ਪਤਾ ਨਹੀਂ ਲੱਗਾ ਤੱਤੀ ਨੂੰ। ਹੁਣ ਗੱਲਾਂ ਨਾ ਕਰੀਏ ਆਪਾਂ, ਤੁਸੀਂ ਰੋਟੀ ਪਾਣੀ ਦਾ ਆਹਰ ਕਰੋ। ਤੇ ਸਾਡੇ ਸਮਾਜ ਵਿੱਚ ਪ੍ਰਾਹੁਣੇ ਆਏ ਹੋਣ ਨਾ, ਤੇ ਆਪਾਂ ਸਾਗ ਧਰਿਆ ਤੇ ਆਪਾਂ ਕਹਿੰਦੇ ਕਿਸੇ ਦੇ ਘਰੋਂ ਸਬਜ਼ੀ ਲੈ, ਇਹਨਾਂ ਨੇ ਕਹਿਣਾ ਸਾਗ ਹੀ ਬਣਾਇਆ। ਪ੍ਰਾਹੁਣੇ ਨੂੰ ਸਾਗ ਖਵਾਉਣਾ ਅਸੀਂ ਅਪਮਾਨ ਸਮਝਦੇ ਹਾਂ ਵੀ ਉਹਨੂੰ ਚੰਗਾ ਮਾਲ ਖਵਾਓ। ਸਾਗ ਪਤਾ ਨਹੀਂ ਸ਼ਾਇਦ ਐਲਰਜੀ ਕਰਦਾ ਵੀ ਉਹਨੂੰ, ਸਾਗ ਨਾ ਖਵਾਓ ਉਹਨੂੰ। ਇਹ ਸਾਡੇ ਸਮਾਜ ਦੀ ਅੱਜ ਵੀ ਗੱਲ ਹੈ। ਉਹ ਕਹਿਣ ਲੱਗੇ ਸਾਗ ਤਿਆਰ ਕਰੀਏ,
ਲਾਇਆ ਵਿਚਾਰਾ ਕਿਤੇ ਦੀਆਂ ਥਰੋਂ ਦੀਆਂ ਪੱਤੇ ਤੋੜ ਕੇ ਸਾਗ ਤਿਆਰ ਹੋਇਆ। ਅੱਗੇ ਇੱਕ ਸਾਡੇ ਸਮਾਜ ਵਿੱਚ ਬੜਾ ਚੰਗਾ ਰਿਵਾਜ ਸੀ, ਅੱਜ ਉਹ ਨਹੀਂ ਰਿਹਾ। ਜਦੋਂ ਲੰਗਰ ਪ੍ਰਸ਼ਾਦ ਕਰੀਦਾ ਸੀ ਪਹਿਲਾਂ ਦੂਜਿਆਂ ਨੂੰ ਛਕਾ ਕੇ ਤੇ ਬਾਅਦ ਵਿੱਚ ਆਪ ਛਕੀਦਾ ਸੀ। ਹੁਣ ਦੂਜਿਆਂ ਦੀਆਂ ਗੱਲਾਂ ਗਈਆਂ, ਕਹਿੰਦਾ ਮੈਨੂੰ ਮਾੜਾ ਜਿਹਾ ਕੌਲੀ 'ਚ ਪਾ ਕੇ ਦੇ ਤੇ ਮੈਂ ਟੇਸਟ ਨਾ ਵੇਖ ਲਾਂ ਵੀ ਲੂਣ ਪੂਰਾ ਹੈ। ਅਜੇ ਦੂਜਿਆਂ ਨੂੰ ਨਹੀਂ ਖਵਾਈ, ਪਹਿਲਾਂ ਮੈਂ ਟੇਸਟ ਵੇਖ ਲਾਂ। ਹੁਣ ਟੇਸਟ ਚੰਬੜ ਗਿਆ ਸਾਨੂੰ, ਉਦੋਂ ਟੇਸਟ ਨਹੀਂ ਸੀ ਹੁੰਦਾ। ਕਹਿਣ ਲੱਗੇ ਨਾ ਸਾਗ ਬਣਾ ਲਿਆ, ਭਗਵਾਨ ਕ੍ਰਿਸ਼ਨ ਨੇ ਖਾਧਾ ਤੇ ਚਾਹ ਨਾ ਚੜਿਆ ਵੀ ਬੀਬੀ ਲੂਣ ਪਾਉਣਾ ਭੁੱਲ ਗਈ। ਭਗਵਾਨ ਕ੍ਰਿਸ਼ਨ ਨੇ ਖਾ ਲਿਆ, ਮੁੜ ਕੇ ਦੋ ਪਤੀ ਤੇ ਪਤਨੀ ਨੇ ਖਾਧਾ। ਬੜਾ ਮਯੂਸ ਹੋਏ ਵੀ ਭਗਵਾਨ ਨੇ ਕਹਿਣਾ ਪਹਿਲਾਂ ਛਿੱਲਾਂ ਤੇ ਹੁਣ ਬਿਨਾਂ ਲੂਣ ਤੋਂ ਸਾਗ। ਜਿਹੜਾ ਗਰੀਬ ਬੰਦਾ ਨਾ ਇਹਦੀ ਆਪਾਂ ਮਿੱਟੀ ਬੜੀ ਪੁੱਟਦੇ ਆ। ਮੈਂ ਕਿ ਤੁਹਾਨੂੰ ਨਿਮਰਤਾ ਸਹਿਤ ਬਾਕੀ ਦੀਆਂ ਸਾਰੇ ਭੁੱਲ ਜਾਓ, ਪਰ ਮੈਂ ਹੱਥ ਜੋੜ ਕੇ ਗੁਰੂ ਕਾ ਸਿੱਖ ਹੋਣ ਕੇ ਬੇਨਤੀ ਕਰਾਂਗਾ ਤੁਹਾਨੂੰ, ਇਹ ਗੱਲ ਮੇਰੀ ਪੱਲੇ ਬੰਨਿਆ ਜੇ ਕਿਸੇ ਦੇ ਪਰਦਾ ਪਾਓਗੇ ਰੱਬ ਸਾਡੇ ਤੇ ਪਰਦਾ ਪਾਏਗਾ। ਕਿਸੇ ਦੇ ਉਗਣ ਵੇਖਣ ਜਿਹਨੂੰ ਆਪਾਂ ਕਹਿੰਦੇ ਜੇ ਜਿਨ੍ਹਾਂ ਵੇਖ ਕੇ ਨਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਸਾਡਾ ਧਰਮ ਕਹਿੰਦਾ ਜੇ। ਭਗਵਾਨ ਕ੍ਰਿਸ਼ਨ ਨੇ ਲੂਣਾ ਸਾਗ ਖਾਧਾ, ਗੱਲ ਨਹੀਂ ਕੀਤੀ। ਸ਼ਰੀਕਾਂ ਨੂੰ ਮੌਕਾ ਮਿਲਿਆ, ਕਹਿਣ ਲੱਗੇ ਖਾ ਲੀਆਂ ਪੂੜੀਆਂ, ਖੀਰ ਖਾ ਕੇ ਆਇਆ। ਉੱਥੇ ਜੋ ਭਗਵਾਨ ਨੇ ਜਵਾਬ ਦਿੱਤਾ ਨਾ, ਕਿਸੇ ਕਵੀ ਨੇ ਨਹੀਂ, ਮੇਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਚੰਗਾ ਲੱਗਾ ਤੇ ਉਹਨਾਂ ਬਾਣੀ ਵੀ ਦਰਜ ਕੀਤਾ ਜੇ। ਉਹ ਸ਼ਬਦ ਕਿਹੜਾ ਹੈ? ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖੋ, ਉਹ ਗੁਰੂ ਮੋਹ ਭਾਵੇ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਕਹਿਣ ਲੱਗਾ ਫਿਰ ਬੂਰੀ ਦਾ ਦੁੱਧ ਪੀ ਕੇ ਆਇਆ। ਕਹਿਣ ਲੱਗਾ ਸੁਣ ਲਾ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਤੂੰ ਤਾਂ ਦੁੱਧ ਦੀ ਗੱਲ ਕਰਦਾ ਨਾ, ਜਿਹੜਾ ਬਿਦਰ ਦੇ ਘਰੋਂ ਪਾਣੀ ਪੀਤਾ, ਜੇ ਮੈਨੂੰ ਪੁੱਛ ਕੇ ਵੇਖੇ ਤੇ ਉਹ ਅੰਮ੍ਰਿਤ ਸੀ। ਜੇ ਮੈਨੂੰ ਪੁੱਛਦਾ ਨਾ ਦੁੱਧ ਦੀ ਗੱਲ ਨਾ ਕਰ, ਮੈਨੂੰ ਅੰਮ੍ਰਿਤ ਜਾਪਦਾ। ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਫਿਰ ਕਹਿਣ ਲੱਗਾ ਖੀਰ ਖਵਾਈ ਸੀ, ਮੈਂ ਸੁਣਿਆ ਨੇਰਾ ਸਾਗ ਹੀ। ਕਹਿਣ ਲੱਗਾ ਖੀਰ ਸਮਾਨ ਸਾਗ ਮੈਂ ਪਾਇਆ। ਮੂਰਖਾ, ਕਦੇ ਖੀਰ 'ਚ ਕਿਸੇ ਲੂਣ ਪਾਇਆ? ਕਦੇ ਖੀਰ 'ਚ ਲੂਣ ਪਾਇਆ? ਇਸੇ ਕਰਕੇ ਲੂਣ ਨਹੀਂ ਪਾਇਆ ਕਿਉਂਕਿ ਮੈਂ ਸਾਗ ਨੂੰ ਖੀਰ ਕਰਕੇ ਜਾਣਨਾ ਸੀ। ਖੀਰ ਸਮਾਨ ਸਾਗ ਮੈਂ ਪਾਇਆ ਤੇ ਮੱਛਰ ਲੜਾਉਂਦਾ ਰਿਹਾ। ਉੱਥੇ ਨੀਂਦ ਆਈ ਖੁੱਲ ਕੇ, ਨਾ ਕੋਈ ਉੱਥੇ ਬੈੱਡ ਨਾ ਕੋਈ ਬਿਸਤਰਾ। ਕਹਿਣ ਲੱਗਾ ਨਹੀਂ ਮੈਂ ਸੌਣ ਲਈ ਨਹੀਂ ਆਇਆ। ਸਾਡੇ ਗੁਰੂ ਨੇ ਸਾਨੂੰ ਆਖਿਆ ਸਿੱਖਾ, ਚਲਾਂਗੇ ਉਠ ਨਾਮ ਜਪ, ਨਿਸ ਬਾਸਰ ਅਰਾਧ, ਕਾਰਾ ਤੁਝੇ ਨਾ ਵਿਆਪੀ, ਨਾਨਕ ਮਿਟੇ ਅਪਾਦ। ਕਿਤੇ ਅੰਮ੍ਰਿਤ ਵੇਲੇ ਜਾਗ, ਤੈਨੂੰ ਦੁੱਖ ਰਹੇਗਾ ਕੋਈ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਕਬੀਰ ਕੋ ਠਾਕਰ ਆਨੰਦ ਬਨੋਦੀ, ਜਾਤ ਨ ਕਹੂੰ ਕੀ ਜਾਨੀ। ਜਦੋਂ ਇਹ ਸ਼ਬਦ ਬੀਬੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸੁਣਾਇਆ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਖਿਆ ਬੀਬੀ ਮੈਂ ਚੋਲਾ ਕਰਕੇ ਖਾਧਾ ਹੀ, ਜਿਹਦੇ ਤਮਾਮ ਸਵਾਦ ਨੇ, 36 ਪ੍ਰਕਾਰ ਦੇ ਪਦਾਰਥ ਨੇ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸ ਥਾਂ ਤੇ ਨਵਾਜਿਆ ਔਰ ਇਸ ਭੈਣੀ ਦਾ ਨਗਰ ਦਾ ਨਾਂ ਬਦਲ ਕਰਕੇ ਗੁਰੂ ਪੰਚਮ ਪਾਤਸ਼ਾਹ ਨੇ ਚੋਲਾ ਸਾਹਿਬ ਰੱਖਿਆ। ਇਹ ਅੱਜ ਦੇ ਦਿਨ ਦੀ ਘਟਨਾ ਔਰ ਇਸ ਕਾਰਨ ਕਰਕੇ ਅਸੀਂ ਇਹ ਦਿਨ ਮਨਾਉਂਦੇ ਹਾਂ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਸਾਨੂੰ ਉਹ ਚੋਲਾ ਦੇਣ, ਕਿਉਂਕਿ ਜਿਹੜੀ ਇਹ ਚੋਰੀ ਹੈ ਨਾ, ਉਹਦੇ 'ਚ ਖੰਡ ਹੁੰਦਾ, ਆਟਾ ਹੁੰਦਾ ਤੇ ਘਿਓ ਹੁੰਦਾ। ਇਹ ਤਿੰਨ ਚੀਜ਼ਾਂ ਦਾ ਸੁਮੇਲ ਹੈ। ਇਸੇ ਪ੍ਰਕਾਰ ਮੈਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਾਂਗਾ, ਪਾਤਸ਼ਾਹ ਤੂੰ ਚੋਲਾ ਖਾਧਾ, ਸਾਨੂੰ ਸੱਤ ਦੇ, ਸਾਨੂੰ ਸੰਤੋਖ ਦੇ ਤੇ ਨਾਮ ਦੇ, ਤਾਂ ਕਿ ਅਸੀਂ ਵੀ ਚੋਲ ਨਾ ਕਰਤਾ ਹੋ ਸਕੀਏ। ਇਹ ਤੇਰੇ ਕੋਲ ਮੰਗ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ। ਇੱਕ ਗੱਲ ਦਾ ਮੈਂ ਤੁਹਾਡਾ ਬੜਾ ਧੰਨਵਾਦ ਕਰਦਾ ਕਿ ਤੁਸੀਂ ਟਾਈਮ ਦੇ ਬੜੇ ਪਾਬੰਦ ਹੋ ਕਿ 8 ਵਜੇ ਤੋਂ ਪਹਿਲਾਂ ਗੁਰਦੁਆਰੇ ਨਹੀਂ ਜਾਣਾ। ਮੈਂ ਤੁਹਾਡੇ ਇਸ ਪ੍ਰੋਗਰਾਮ ਦਾ ਬੜਾ ਧੰਨਵਾਦ ਕਰਦਾ ਤੇ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਕਿਤੇ 4 ਮਿੰਟ ਪਹਿਲਾਂ ਆਇਆ ਕਰੋ। ਮੈਂ ਤਾਂ ਬੇਨਤੀ ਕਰ ਸਕਦਾ, ਹੋਰ ਨਹੀਂ। ਤੁਹਾਡਾ ਧੰਨਵਾਦ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।